दा पुतला मिट्टी नूं रोंदा गुम गए करां दे बार नी। जे सच पुछो ना तो तुसीं बचपन ही याद कराता। बहुत अच्छा, बड़ा अच्छा वक्त गुजर रहा है। सारिया कौमां कट्ठियां, सिख हिंदू ईसाई मुसलमान कट्ठे सब स्कूलों पढ़ना खेलना। वो जिस वक्त याद आता ना तो वाकई तकलीफ बड़ा करां दे बार नी। पैरां दियां ना तलियां दे उत्ते पिंडां दे नक्शे तां उकरे पए ने। ਉਹਨਾਂ ਬੇੜਾ ਇੱਕੋ ਹੀ ਜਾਂਦਾ ਸੀ ਜਿਹੜਾ ਪਾਰ ਅੰਦਰ ਲਿਆਉਂਦਾ ਤੇ ਉਹਦੇ 'ਚ ਗੁੰਜਾਇਸ਼ ਤੇ ਸੀ ਸਿਰਫ 25-30 ਬੰਦੇ ਦੀ ਹੋਏਗੀ, 40 ਹੋ ਜਾਂਦੇ ਹੋਣਗੇ। ਉਹ ਦੁਨੀਆ ਦੀ ਡਰੀ ਦੌੜ ਕੇ ਮਾਰ ਕੇ ਛਾਲਾਂ ਵਿੱਚ ਬਹਿ ਕੇ 150-200 ਬੰਦਾ ਬਹਿ ਗਿਆ। ਉਹ ਦਰਿਆ ਦੇ ਵਿਚਕਾਰ ਜੇ ਆਏ ਜਿਸ ਵੇਲੇ ਤੇ ਉਹ ਬੇੜਾ ਡੁੱਬ ਗਿਆ। ਉਹ ਡੁੱਬਣ ਨਾਲ ਫਿਰ ਉੱਥੇ ਕਾਫੀ ਦੁਨੀਆ ਦਾ ਨੁਕਸਾਨ ਮਰੇ ਉੱਥੇ ਲੋਕ। ला दे सिर वाला पार नी। छपड़ी छोटी जी सी, ਉਹਦੇ 'ਚ ਇੱਕ ਸੰਡਾ ਲੇਟਣ ਡਿਆ ਸੀ। ਪਿਆਸ ਇੰਨੀ ਲੱਗੀ ਵੀ ਪਾਣੀ ਨਾ ਉੱਥੇ ਹੋਵੇ, ਉਹ ਪਾਣੀ ਪੀਤਾ ਬੁੱਕਾਂ ਨਾਲ। ਇਹ ਵਕਤ ਵੀ ਗੰਦਾ ਹੀ। चेता मैं तुम तो फिर तो याद करा भुलदा ही नहीं भुलता। वो गली गली चेते आउंदी होनी हुण एक घर जी उस तरह नजर आउंदा। एक बार अस्सलाम वालेकुम। मैं नासिर ढिल्लों लायलपुर पाकिस्तान तो पंजाबी लहर की टीम अज पहुंची आ खलील अहमद के कोल, जिहड़े पार्टीशन वेले चढ़दे पंजाब तो उठ के लैंदे पंजाब आए सी। ते आपां गल करी दी आ झाती पाई दी आ 1947 की वंड तो पहलों के हालातां ते 1947 की वंड वेले की हालात बने, वंड तो पहलों के किवें वसेब सन, की हालात सन, किवें लोग एक दूजे नाल ते मुहब्बत प्यार करते सन, किवें वसदे सन ਇੱਕੋ ਜਗ੍ਹਾ 'ਤੇ ਦੋਵੇਂ ਤਿੰਨੇ ਮਜ਼ਹਬ। ਅਤੇ ਵੰਡ ਵੇਲੇ ਜਦੋਂ ਇਹ ਬਜ਼ੁਰਗ ਜਿਹੜੇ ਆ ਉਹਨੂੰ ਉਜਾੜੇ ਵੀ ਆਉਂਦੇ ਆ, ਵੰਡ ਵੀ ਆਉਂਦੇ ਆ, ਉਦੋਂ ਕੀ ਬਣਿਆ, ਇੱਕੋ ਵਾਰ ਕੀ ਹਾਲਾਤ ਬਣ ਗਏ। ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਲੈ ਕੇ ਆਈ ਦੀਆਂ, ਪੇਸ਼ ਕਰੀ ਦੀਆਂ। ਪੰਜਾਬੀ ਲਹਿਰ ਦੀ ਟੀਮ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ, ਇਹਨਾਂ ਬਜ਼ੁਰਗਾਂ ਨੂੰ ਮਿਲ ਕੇ, ਇਹਨਾਂ ਨੂੰ ਰਿਕਾਰਡ ਕਰਕੇ ਜਿਹੜਾ ਵਾ ਆਉਣ ਵਾਲੀ ਜਨਰੇਸ਼ਨ ਤੱਕ एक गल पहुँचाई जाए कि इन्हें किस तरह के हालात वेखे, किवें हसदे वास्ते घर छड्ड के। ये सारी गलबात साझी करते हैं बाबा जी खलील अहमद नाल। अस्सलाम वालेकुम। वालेकुम सलाम जी। अच्छा, पहले तो ना अपना पूरा नाम दस दिओ की है तुहाडा? मेरा नाम जी खलील अहमद है। मेरे वालिद का नाम चौधरी करमदाद सी। मेरे दादा का नाम शाह मोहम्मद सी, नंबरदार सी। साडा पिंड सी जोगोवाल जट्टां, थाने कलानौर च, जिला गुरदासपुर च। पिंड का नाम जोगोवाल? जोगोवाल जट्टां। जोगोवाल जट्टां। ये दसो भी हुण आपां जिथे बैठे हैं इस पिंड का नाम की है? इस पिंड का नाम जी निज़ामपुर मूला सिंह वाला। ये निज़ामपुर मूला सिंह वाला? हाँ, ਚੱਕ नंबर 80। पहले जिला शेखपुरा सी, हुण जिला साडा ननकाणा। तहसील शाहकोट, पहले शेखपुरा तहसील सी ते हुण जिला ननकाणा साडा। अच्छा, डिस्ट्रिक्ट ननकाणा हो गया, तहसील शाहकोट ते पिंड निज़ामपुरा मूला सिंह वाला। हाँ जी, मूला सिंह वाला, ਚੱਕ नंबर 80। ਚੱਕ नंबर 80। अच्छा, ये दस दिओ भी अपना जिहड़ा मूला सिंह वाला वा, हाँ जी, ਇਹਦੇ ਆਲ ਦੁਆਲੇ ਕੋ ਦੂੰ ਚੋਂ ਪੰਜਾਂ ਪਿੰਡਾਂ ਦੇ ਨਾਂ ਦੱਸ ਦਿਓ ਵੀ ਕਿਹੜੇ ਕਿਹੜੇ ਲਾਗੇ ਆ। मैं दसना जी। पहले तो ये निज़ामपुरा, ये 3 पिंड ने। 3 ਪਿੰਡ ਨੇ ਨਿਜ਼ਾਮਪੁਰਾ ਦੇ? निज़ामपुरा मूला सिंह वाला, निज़ामपुरा देवा सिंह वाला, एक निज़ामपुरा चेले वाला।
ਅੱਛਾ ਇੱਥੇ ਥੋੜੀ ਜਿਹੀ ਮੈਂ ਗੱਲ ਕੱਟਦਾ, ਇਹ ਤਿੰਨ ਨਾਂ ਹੋ ਗਏ, ਜਿਵੇਂ ਨਿਜ਼ਾਮਪੁਰਾ ਇੱਕੋ ਹੀ ਹੋ ਗਿਆ ਤੇ ਤਿੰਨਾਂ ਸਰਦਾਰਾਂ ਦੇ ਨਾਂ ਤੇ ਉਹ ਕੋ ਆਪਸ ਦੇ ਵਿੱਚ ਭਰਾ ਭਰੋ ਸਨ? ਇੰਨਾ ਤਾਂ ਨਹੀਂ ਮੈਂ ਜਾਣਦਾ, ਬਹਰਾਲੇ ਹੈ ਇਹ ਸਾਰੇ ਇਹਨਾਂ ਸਿੱਖ ਆਬਾਦੀ ਸੀ ਇੱਥੇ, ਕੰਬੋ ਕੌਮ ਵਸਦੀ ਸੀ ਤੇ ਉਹਨਾਂ ਦੇ ਨਾਂ ਤੇ ਪਿੰਡ ਸਨ। ਆਲ ਦਾਗੇ ਛਾਗੇ ਇਹਨਾਂ ਦੇ ਜਿਹੜੇ ਮੁਸਲਮਾਨਾਂ ਦੇ ਪਿੰਡ ਸੀ, ਸਠਿਆਲੀਆਂ ਦੋ ਨੇ, ਇੱਕ ਵੱਡੀ ਛੋਟੀ ਸਠਿਆਲੀ, ਇੱਕ ਵੱਡੀ ਸਠਿਆਲੀ। ਇਸ ਤੋਂ ਅੱਗੇ ਮੈਲੀ ਬੁਰਜੀ ਆ ਜਾਂਦਾ, ਉਹ ਵੀ ਇਹਨਾਂ ਦਾ ਮੁਸਲਮਾਨਾਂ ਦਾ ਪਿੰਡ ਸੀ। ਫਾਹੇਵਾਲੀ ਸੀ, ਉੱਥੇ ਵੀ ਮੁਸਲਮਾਨ ਹੀ ਸਨ। ਚੂਹੇ ਚਾੜ ਹੁਣ ਉਹਦਾ ਨਾਂ ਸਲਾਮ ਨਗਰ ਆ, ਉਹ ਵੀ ਸਿੱਖਾਂ ਦੀ ਆਬਾਦੀ ਸੀ ਉੱਥੇ। ਇੱਧਰ ਇੱਕ ਡੱਲਾ ਸਾਡੇ ਜਰਮੀਆਂ ਤੇ ਡੱਲਾ, ਉਹ ਵੀ ਸਿੱਖਾਂ ਦੀ ਆਬਾਦੀ ਸੀ। ਜੰਮੀਆਂ ਤੇ ਡੱਲਾ, ਜਰਮੀਆਂ ਹਾਂਜੀ। ਇਹ ਨਾਲ ਹੀ ਨਹਿਰੋਂ ਪਾਰ ਹੈ ਉਹ ਪਿੰਡ। ਇਹ ਤਾਂ ਮਤਲਬ ਵੀ ਇਹ ਪੁਰਾਣੇ ਸੀ ਪਿੰਡ ਪੁਰਾਣੇ ਇੱਥੇ ਆ ਲਾਗੇ 82 ਚੱਕ ਰਸੂਲਪੁਰ 82 ਆ, ਉਹ ਮੁਸਲਮਾਨਾਂ ਦਾ ਪਿੰਡ ਸੀ। ਉੱਥੇ ਇਰਾਈ ਕੌਮ ਜ਼ਿਆਦਾ ਵਸਦੀ ਹੈ, ਸਾਰੇ ਤਕਰੀਬਨ ਇਰਾਈ ਨੇ ਉੱਥੇ। ਬਸ ਇਹ ਹੈ ਲੋਕੇਸ਼ਨ। ਇਹ ਆਲੇ ਦੁਆਲੇ ਜਿਹੜੇ ਤੁਸੀਂ ਪਿੰਡ ਦੱਸੇ ਆ। ਅੱਛਾ ਇਹ ਦੱਸਿਓ ਵੀ ਆਪਣਾ ਇਸ ਪਿੰਡ ਦੇ ਵਿੱਚ ਮੂਲਾ ਸਿੰਘ ਵਾਲਾ ਹੁਣ ਗੋਤਾਂ ਜਿਹੜੀਆਂ ਬਰਾਦਰੀਆਂ ਕਿਹੜੀਆਂ ਕਿਹੜੀਆਂ ਬੈਠੀਆਂ? ਹੁਣ ਇੱਥੇ ਜੀ ਹਰ ਕਿਸਮ ਦੀ ਬਰਾਦਰੀ ਹੈ। ਜੱਟ ਕੌਮ ਵੀ ਹੈ, ਇਰਾਈ ਹੈ, ਕੰਬੋ ਨੇ, ਫਿਰ ਰਾਜਪੂਤ ਵੀ ਹਨ। ਬਾਕੀ ਦੂਸਰੀਆਂ ਕਮਿਆਰ ਬਰਾਦਰੀ ਹੈ, ਕੁਰੈਸ਼ੀ ਬਰਾਦਰੀ ਹੈ, ਜਲਾਹ ਵੀ ਨੇ, ਫਿਰ ਮਤਲਬ ਮੁਖਤਲਿਫ। ਅੱਛਾ ਇਹ ਦੱਸਿਓ ਵੀ ਜਿਹੜੇ ਤੁਹਾਡੀ ਗੋਤ ਜਿਹੜੀ ਕਿਹੜੀ ਕੀ ਆ? ਸਾਡੀ ਅਸੀਂ ਜੱਟ ਹਾਂ ਜੀ, ਅਸੀਂ ਮੈਂ ਜ਼ਾਤੀ ਤੌਰ 'ਤੇ ਜਿਹੜੀ ਸਾਹਿਲ ਢੱਡੋਹਾਲ ਹਾਂ। ਹਾਂਜੀ। ਅਤੇ ਇੱਥੇ ਉਹ ਵਿਰਕ ਵੀ ਹੈ ਨੇ, ਕਾਲੋਂ ਵੀ ਹੈ ਨੇ, ਕੱਲੂ ਵੀ ਹੈ ਨੇ। ਅਤੇ ਵਿਰਕ ਜਿਹੜੇ ਕਿੱਥੋਂ ਦੇ ਆ? ਇਹ ਪਿੱਛੋਂ ਵਿਰਕਾਂ ਦੇ ਨੇ, ਪਿੰਡ ਵਿਰਕ ਸੀ ਧਾਰੀਵਾਲ ਤੋਂ ਕੋਈ 3 ਮੀਲ ਦੇ ਫਾਸਲੇ 'ਤੇ। ਅੱਛਾ ਤੁਸੀਂ ਤਾਂ ਆਏ ਹੋ ਪਿੱਛੋਂ ਜੋਗੋਵਾਲ ਗੁਰਦਾਸਪੁਰ ਤੋਂ ਉੱਠ ਕੇ। ਇਹ ਬਾਕੀਆਂ ਦਾ ਪਤਾ ਆਪਣੇ ਪਿੰਡ ਵਾਲੇ ਕਿੱਥੋਂ ਕਿੱਥੋਂ ਉੱਠ ਕੇ ਆਏ? ਹਾਂ ਜੀ, ਅੰਮ੍ਰਿਤਸਰ ਤੋਂ ਆਏ ਨੇ, ਪੁਲ ਕੰਜਰੀ ਦੇ ਨੇ, ਇੱਕ ਧਨੋਏ ਮੋਦੇ, ਧਨੋਏ ਇੱਥੋਂ। ਅੱਛਾ ਧਨੋਏ ਮੋਦੇ ਇਹਨਾਂ ਪਿੰਡਾਂ ਦੇ ਨੇ ਇੱਥੇ ਬੈਠੇ ਨੇ। ਠੀਕ ਹੈ। ਇਹ ਜਿਹੜੇ ਧਨੋਏ ਤੋਂ ਉੱਠ ਕੇ ਆਏ ਉਹ ਜੱਟ ਨੇ? ਨਹੀਂ, ਰਾਈ ਨੇ। ਰਾਈ ਧਨੋਏ ਦੇ ਜਿਹੜੇ ਰਾਈ ਨੇ, ਮੋਦਿਆਂ ਦੇ ਤੇ ਧਨੋਇਆਂ ਦੇ। ਮੋਦੇ ਦੇ ਧਨੋਇਆਂ ਵਾਲੇ ਜਿਹੜੇ ਰਾਈ ਨੇ। ਪੁਲ ਕੰਜਰੀ ਵਾਲੇ ਵੀ ਰਾਈ ਨੇ। ਠੀਕ। ਪੁਲ ਕੰਜਰੀ ਇਹ ਵੀ ਉੱਥੇ ਉਹਦੇ ਅੰਮ੍ਰਿਤਸਰ ਦੇ ਵਿੱਚ ਪਿੰਡ ਇੱਕ ਉੱਥੋਂ ਦੇ ਨੇ। ਅਤੇ ਜਿਹੜੇ ਨੇ ਇਹ ਕਮੋ, ਇਹ ਕਿੱਥੋਂ ਦੇ ਸੀ? ਇਹ ਪੁਲ ਦੀ ਕਮੋ ਬਰਾਦਰੀ ਵੀ ਪੁਲ ਕੰਜਰੀ ਦੀ ਸੀ। ਪੁਲ ਕੰਜਰੀ ਸੀ। ਠੀਕ। ਅੱਛਾ ਇਹ ਦੱਸ ਦਿਓ ਵੀ ਆਪਣਾ ਜਿਹੜਾ ਪਿੰਡ ਮੂਲਾ ਸਿੰਘ ਵਾਲਾ ਵਾ, ਇਹ ਤੇ ਤੁਹਾਨੂੰ ਪਿੰਡ ਦਾ ਦੱਸਿਆ ਕੋਈ ਮੋਟਾ ਮੋਟਾ ਦੱਸ ਦਿਓ ਵੀ ਜਿਵੇਂ ਆਪਾਂ ਇੱਥੇ ਪਿੰਡ 'ਚ ਰਹਿੰਦੇ ਪਤਾ ਹੁੰਦਾ ਵੀ ਲਾਗੇ ਪਿੰਡਾਂ ਵਾਲਿਆਂ ਦਾ ਨਾ ਵੀ ਆਹ ਫਲਾਣਾ ਪਿੰਡ ਦਾ ਲੰਬੜਦਾਰ ਹੈ ਤੇ ਉਹ ਫਲਾਣਾ ਲੰਬੜਦਾਰ ਹੈ, ਉਹਨਾਂ ਦਾ ਕਿਸੇ ਦਾ ਆਈਡੀਆ ਹੈ ਵੀ ਕਿਹੜੇ ਆ, ਕਿੱਥੋਂ ਉੱਠ ਕੇ ਆਏ ਉਧਰੋਂ? ਇਹ ਜਿਹੜੇ ਇੱਥੇ ਨੇ? ਨਹੀਂ, ਨਾਲ ਲਾਗੇ ਦੇਵਾ ਸਿੰਘ ਦੇ ਜਾਂ ਦੂਜੇ ਨਿਜ਼ਾਮਪੁਰੇ ਦੇ? ਨਹੀਂ, ਇਹ ਨਿਜ਼ਾਮਪੁਰ ਚੇਲੇ ਵਾਲਾ ਜਿਹੜਾ, ਇਹ ਵੀ ਗੁਰਦਾਸਪੁਰ ਦੇ ਸੀ। ਇਹਨਾਂ ਦਾ ਪਿੰਡ ਸੀ ਬਖਸ਼ੀਵਾਲ, ਉਹ ਉੱਥੋਂ ਦੇ ਲੋਕ ਨੇ। ਗੁਰਦਾਸਪੁਰ ਬਖਸ਼ੀ ਵਾਲੇ ਦੇ ਜਿਹੜੇ ਜਾਟੀ ਨੇ, ਉਹ ਵੀ ਮੱਲੀ ਜੱਟ ਨੇ, ਤੇ ਉਹ ਚੇਲੇ ਵਾਲੇ ਬੈਠੇ ਨੇ। ਚੇਲੇ ਵਾਲੇ? ਹਾਂਜੀ, ਉਹਨਾਂ ਨੂੰ ਜਾਣਨਾ ਮੈਂ। ਤੇ ਬਾਕੀ ਦੇਵਾ ਸਿੰਘ ਵਾਲੇ ਤਾਂ ਮੁਖਤਲਿਫ ਜਗ੍ਹਾ ਦੇ ਨੇ, ਫਿਰ ਕੰਬੋ ਨੇ, ਕੋਰਾਈ ਨੇ, ਉਹ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਦੇ ਨੇ। ਅੱਛਾ ਚਲੋ ਠੀਕ। ਆਪਾਂ ਹੁਣ ਚੱਲੀਏ ਪਿੰਡ ਜੋਗੋਵਾਲ, ਜਿਹੜਾ ਪਿੰਡ ਆਪਣਾ ਪਿੱਛੇ ਜ਼ਿਲ੍ਹਾ ਪੈ ਗਿਆ ਗੁਰਦਾਸਪੁਰ, ਤੇ ਤਹਿਸੀਲ ਕਿਹੜੀ ਬਣਦੀ ਆ? ਤਹਿਸੀਲ ਵੀ ਗੁਰਦਾਸਪੁਰ ਸੀ। ਠੀਕ ਹੈ, ਗੁਰਦਾਸਪੁਰ। ਥਾਣਾ ਕਿਹੜਾ ਲੱਗਦਾ? ਥਾਣਾ ਕਲਾਨੌਰ ਸੀ ਜੀ ਉਦੋਂ ਸਾਡਾ। ਹੁਣ ਤੇ ਸ਼ਾਇਦ ਬਦਲ ਗਿਆ ਹੋਵੇ, ਕੋਈ ਭਾਵੇਂ ਜ਼ਿਲ੍ਹਾ ਹੀ ਭਾਵੇਂ ਬਦਲ ਗਿਆ ਹੋਵੇ। ਅੱਛਾ, ਪਹਿਲਾਂ ਕਲਾਨੌਰ ਸੀ? ਕਲਾਨੌਰ ਥਾਣਾ ਸੀ। ਠੀਕ ਹੈ। ਹਾਂ, ਇਹ ਸਾਡਾ ਪਿੰਡ ਜੀ ਧਾਰੀਵਾਲ ਤੋਂ ਕੱਚੀ ਸੜਕ ਜਾਂਦੀ ਸੀ ਕਲਾਨੌਰ ਨੂੰ। ਉਹਦੇ 'ਚ ਪਹਿਲਾਂ ਪਿੰਡ ਆਉਂਦਾ ਸੀ ਡੱਡੋਂ, ਉਸ ਤੋਂ ਅੱਗੇ ਆ ਜਾਂਦਾ ਸੀ ਸੰਗਰ, ਉਹ ਸਿੱਖਾਂ ਦਾ ਪਿੰਡ ਸੀ। ਉਸ ਤੋਂ ਅੱਗੇ ਆ ਜਾਂਦਾ ਕੋਟ ਸੰਤੋਖਰਾ, ਉੱਥੇ ਸਾਰੀਆਂ ਮਿਕਸ ਕੌਮਾਂ ਸਨ। ਉਸ ਤੋਂ ਅੱਗੇ ਆ ਜਾਂਦਾ ਸੀ ਆਲੋਵਾਲ, ਉਹ ਮੁਸਲਮਾਨਾਂ ਦਾ ਜੱਟਾਂ ਦਾ ਪਿੰਡ ਸੀ। ਅਤੇ ਉਸ ਤੋਂ ਅੱਗੇ ਸਾਡਾ ਪਿੰਡ ਸੀ ਜੋਗੋਵਾਲ ਜੱਟਾਂ। ਠੀਕ ਹੈ। ਜੋਗੋਵਾਲੀਆ ਨਾਂ ਹੀ ਜੋਗੋਵਾਲ ਜੱਟਾਂ? ਜੋਗੋਵਾਲ ਜੱਟਾਂ। ਠੀਕ। ਜੱਟ ਹੀ ਸਨ ਉੱਥੇ ਸਾਰੇ। ਅੱਛਾ ਇਹ ਦੱਸਿਓ ਵੀ ਆਪਣੇ ਜੋਗੋਵਾਲ ਦੇ ਵਿੱਚ ਤੁਹਾਡੀ ਬਰਾਦਰੀ ਜਿਹੜੀ ਆ ਕਿੰਨੀ ਬੈਠੀ ਸੀ ਉੱਥੇ? ਹਾਂਜੀ। ਇੱਥੇ ਕਿ ਉੱਥੇ? ਉੱਥੇ ਜੋਗੋਵਾਲ। ਉਹ ਛੋਟਾ ਹੀ ਪਿੰਡ ਸੀ ਸਾਡਾ, ਥੋੜ੍ਹੀ ਆਬਾਦੀ ਸੀ। ਮੇਰਾ ਖਿਆਲ 30-40 ਘਰ ਸਨ ਸਾਰੇ। ਸਾਰੇ ਤੁਹਾਡੇ ਹੀ ਸੀ, ਤੁਹਾਡੇ ਟੱਬਰ ਦੇ? ਢਡਵਾਲ ਸਨ ਨਹੀਂ, ਉਹਦਾ ਇੱਕ ਘਰ ਸੀ ਵੈਸਾਂ ਦਾ, ਉਹ ਨਾਨਕੀ ਢੇਰੀ 'ਤੇ ਆਇਆ ਸੀ। ਠੀਕ ਹੈ। ਇੱਕ ਗੁਰਾਇਆਂ ਦਾ ਘਰ ਸੀ, ਉਹ ਵੀ ਨਾਨਕੀ ਢੇਰੀ। ਨਾਨਕੀ ਢੇਰੀ। ਹਾਂ। ਇੱਕ ਵੜੈਚਿਆਂ ਦਾ ਘਰ ਸੀ,
ਉਹਨਾਂ ਸ਼ਾਇਦ ਮੁੱਲ ਲਈ ਸੀ ਜ਼ਮੀਨ ਕੋ ਥੋੜੀ ਜਿਹੀ ਲੈ ਕੇ ਤੇ ਉੱਥੇ ਆਏ ਬਾਕੀ ਸਾਡੇ ਢਵਾਲ ਸਨ। ਅੱਛਾ, ਇਹ ਜਿਹੜੇ ਵੈਂਸ ਸੀ ਤੇ ਗੁਰਾਏ ਤੇ ਦੂਜੇ ਦੱਸਿਆ ਤੁਸੀਂ, ਇਹ ਵੀ ਮੁਸਲਮਾਨ ਜੱਟ ਸੀ? ਮੁਸਲਮਾਨ ਜਾਤੀ ਸਨ, ਸਾਰਾ ਪਿੰਡ ਹੀ ਮੁਸਲਮਾਨ? ਸਾਰਾ ਪਿੰਡ ਮੁਸਲਮਾਨ ਸੀ। ਉੱਥੇ ਕੋਈ ਨਾ ਸਿੱਖ ਸੀ ਨਾ ਹਿੰਦੂ ਸੀ, ਸਿਰਫ ਕ੍ਰਿਸਚੀਅਨ ਈਸਾਈ ਜਿਹੜੇ ਸੀ ਉਹਨਾਂ ਦੇ 3-4 ਘਰ ਸਨ, ਹੋਰ ਕੋਈ ਨਹੀਂ। ਅੱਛਾ, ਇਹ ਦੱਸਿਓ ਵੀ ਜਿਹੜੇ ਉਥੋਂ ਵੰਡ ਹੋ ਗਈ ਜਦੋਂ, ਵੀ ਸਾਰੇ ਉੱਠ ਕੇ ਇੱਧਰ ਹੀ ਆ ਗਏ ਫਿਰ ਮੁਸਲਮਾਨ ਜਿਹੜੇ ਸੀ ਸਾਰੇ ਇੱਧਰ ਆ ਗਏ। ਤੇ ਉਹਨਾਂ ਦਾ ਪਤਾ ਆਪਣੇ ਪਿੰਡ ਵਾਲਿਆਂ ਦਾ ਵੀ ਤੁਹਾਡੇ ਟੱਬਰ ਵਾਲੇ ਸਾਰੇ ਐਸੇ ਪਿੰਡ ਜਾ ਕੇ ਬੈਠੇ? ਨਹੀਂ, ਮੁਸਲਿਮ ਜਗ੍ਹਾ ਤੇ ਨੇ ਜ਼ਿਆਦਾ ਇੱਥੇ ਨੇ। ਹਾਂਜੀ, ਕੁਝ ਚੇਲੇ ਵਾਲੇ ਨੇ ਘਰ ਤੇ ਕੁਝ ਟੋਬੇ ਦੇ ਕੋਲ ਜਾਨੀ ਵਾਲਾ ਉੱਥੇ ਇੱਕ ਘਰ ਬੈਠਾ, ਜਰਮੀਆਂ ਡੱਲਾ ਜਿਹੜਾ ਇੱਥੇ 2 ਘਰ ਬੈਠੇ ਨੇ। ਇਸ ਤਰ੍ਹਾਂ ਮੁਖਤਲਿਫ ਜਗ੍ਹਾ ਤੇ ਮੁਖਤਲਿਫ ਜਗ੍ਹਾ। ਜਿਹੜੇ ਉਹ ਗੁਰਾਏ ਤੇ ਵੈਂਸ ਸਨ ਉਹ ਇੱਥੇ ਹੀ ਨੇ ਸਾਡੇ ਇਸੇ ਪਿੰਡ ਦੇ ਵਿੱਚ, ਉਹਨਾਂ ਨੂੰ ਪੈਲੀ ਫਿਰ ਇੱਥੇ ਹੀ ਪਈ? ਇੱਥੇ ਹੀ ਪਈ ਹੈ। ਠੀਕ ਹੈ। ਤੇ ਇਹ ਦੱਸਿਓ ਵੀ ਆਪਣਾ ਜਿਹੜੇ ਤੁਸੀਂ ਪਿੰਡ ਜੋਗੋਵਾਲ ਜੱਟਾਂ ਦੇ ਲਾਗੇ ਗਣਾਏ ਆ, ਇਹ ਉਸ ਕੁਛ ਸਿੱਖਾਂ ਦਾ ਹਿੰਦੂਆਂ ਦੇ ਵੀ ਉੱਥੇ ਹੈ ਸੀ ਭਾਈਚਾਰਾ? ਉੱਥੇ ਸਾਰੇ ਸਿੱਖ ਨੇ। ਮੈਂ ਤਾਂ ਚੂੰਕਿ ਜੇ 9ਵੀਂ 'ਚ ਪੜ੍ਹਦਾ ਕਿੱਡਾ ਮੈਂ ਮੇਲ ਕਰਨ ਵਾਲਾ ਤਾਂ ਹੈ ਹੀ ਨਹੀਂ ਸਾਂ, ਬੱਚਾ ਹੀ ਸਾਂ। ਤੇ ਅਸੀਂ ਉਮੂਮਨ ਖਹਿਰੇ ਜਾਂਦੇ ਨੇ, ਹੋਲੀਆਂ ਉੱਥੇ ਹੁੰਦੀਆਂ ਸਨ ਇਹਨਾਂ ਦੀਆਂ, ਉਹ ਦੇਖਣ ਜਾਣਾ। ਕੋਟ ਮੈਂ ਪੜ੍ਹਦਾ ਰਿਹਾ, ਧਾਰੀਵਾਲ ਮੈਂ ਪੜ੍ਹਦਾ ਰਿਹਾ, ਇਸ ਵਾਸਤੇ ਉਹਨਾਂ ਪਿੰਡਾਂ 'ਤੇ ਮੈਂ ਜਾਣਨਾ। ਤੇ ਬਾਕੀ ਇਹ ਖਹਿਰੀ ਸਿਰਫ ਜਾਂਦੇ ਰਹੇ ਹੋਲੀਆਂ ਵੇਖਣ ਇਹਨਾਂ ਦੀਆਂ। ਹੋਲੀਆਂ ਕੀ ਹੁੰਦੀਆਂ? ਇਹਨਾਂ ਦਾ ਕੋਈ ਤਿਉਹਾਰ ਹੁੰਦਾ ਹੋਲੀ ਦਾ। ਠੀਕ ਹੈ। ਉਹ ਉੱਥੇ ਪੜ੍ਹਦੇ ਰਹੇ ਹੋ ਧਾਰੀਵਾਲ ਜੀ। ਮੈਂ ਪਹਿਲਾਂ ਕੋਟ ਸੰਤੋਖ 4 ਤੱਕ ਪੜ੍ਹਿਆ, ਉੱਥੋਂ ਫਿਰ ਧਾਰੀਵਾਲ ਲਾਗੇ। ਹੋਰ ਕੋਟ ਸੰਤੋਖ ਤੁਹਾਡੇ ਪਿੰਡ ਤੋਂ ਕਿੰਨਾ? ਉਹ ਸੀ 2 ਮੀਲ ਸੀ ਤਕਰੀਬਨ। ਜਿਹੜੇ ਪੜ੍ਹਾਉਂਦੇ ਸੀ ਆਪਣੇ ਮਾਸਟਰ, ਉਹਨਾਂ ਦਾ ਕੋਈ ਨਾਂ ਯਾਦ ਹੈ? ਮੁਸਲਮਾਨ ਸੀ ਸਾਰੇ? ਹਾਂਜੀ, ਮੁਸਲਮਾਨ। ਇੱਕ ਤੇ ਇਹ ਬਖਸ਼ੀਵਾਲ ਦੇ ਸੀ ਮਾਸਟਰ ਸਾਦਕ, ਫੌਤ ਹੋ ਗਏ ਨੇ, ਇੱਥੇ ਚੇਲੇ ਵਾਲੇ ਬੈਠੇ ਸੀ। ਇੱਕ ਮਾਸਟਰ ਫਜ਼ਲਦੀਨ ਹੁੰਦੇ ਸਨ ਸਾਡੇ, ਉਹ ਫੌਤ ਹੋ ਗਏ ਨੇ, ਹੁਣ ਪਤਾ ਨਹੀਂ ਉਹ ਕਿੱਥੇ ਨੇ ਕਿੱਥੇ ਨਹੀਂ। ਉਹ ਸਾਡੇ ਮਾਸਟਰ ਹੁੰਦੇ। ਤੇ ਧਾਰੀਵਾਲ ਉੱਥੇ ਮੈਂ ਕਰਨਾ ਜੀ ਵੀ ਇਹ ਕੋਟੋਂ 4 ਮੈਂ ਕਰਕੇ ਧਾਰੀਵਾਲ DAV ਹਾਈ ਸਕੂਲ ਸੀ ਧਾਰੀਵਾਲ। DAV ਠੀਕ ਹੈ। ਉੱਥੇ ਫਿਰ ਮੈਂ 5ਵੀਂ ਕੀਤੀ। ਉਸ ਤੋਂ ਬਾਅਦ ਉੱਥੋਂ ਸਰਟੀਫਿਕੇਟ ਲਿਆ, ਆਖਣ ਵੀ ਇੱਥੇ ਪੜ੍ਹਾਈ ਥੋੜ੍ਹੀ ਨਹੀਂ ਚੰਗੀ ਹੁੰਦੀ। ਫਿਰ ਅੱਗੇ ਸਟੇਸ਼ਨ ਦੇ ਕੋਲ ਸੀ MM ਮਿਸ਼ਨ ਹਾਈ ਸਕੂਲ, ਉੱਥੇ ਫਿਰ 5ਵੀਂ 6ਵੀਂ 7ਵੀਂ 8ਵੀਂ ਉੱਥੇ ਪਾਸ ਕੀਤੀ। 9ਵੀਂ 'ਚ ਮੈਂ ਪੜ੍ਹਦਾ ਸਾਂ, ਪਾਰਟੀਸ਼ਨ ਹੋ ਗਈ ਤੇ ਇੱਧਰ ਆ ਗਿਆ। ਅੱਛਾ, MM ਮਿਸ਼ਨ ਸਕੂਲ ਜਿਹੜਾ ਜਾਂ ਦੂਸਰਾ ਧਾਰੀਵਾਲ ਵਾਲਾ, ਉੱਥੇ ਕੋ ਆਪਣੇ ਟੀਚਰ ਜਿਹੜੇ ਪੜ੍ਹਾਉਂਦੇ ਸਨ? ਟੀਚਰ ਜੀ ਉੱਥੇ ਸਿਰਫ ਜਿਹੜਾ ਸਾਡਾ ਕਲਾਸ ਟੀਚਰ ਸੀ ਨਾ, ਉਹਦਾ ਨਾਂ ਸੀ ਮੇਰ ਬਰਕਤ ਹੀਰਾ ਲਾਲ, ਕ੍ਰਿਸਚੀਅਨ ਸੀ ਉਹ। ਕਿਉਂਕਿ ਮਿਸ਼ਨ ਜ਼ਾਹਰ ਨਾਂ ਤੋਂ ਹੀ ਉਹ ਕ੍ਰਿਸਚੀਅਨ ਸਕੂਲ ਸੀ, ਸਾਰੇ ਮਾਸਟਰ ਜਿਹੜੇ ਉਹ ਕ੍ਰਿਸਚੀਅਨ ਹੀ ਸਨ। ਤੇ ਸਾਡਾ ਕਲਾਸ ਟੀਚਰ ਜਿਹੜਾ ਉਹ ਮੇਰ ਬਰਕਤ ਹੀਰਾ ਲਾਲ ਉਹਦਾ ਨਾਂ ਸੀ। ਉਹ ਕਿੱਥੋਂ ਦਾ ਸੀ? ਉਹ ਧਾਰੀਵਾਲ ਦਾ ਹੀ ਸਣੀ ਗੱਲ ਬਣ ਮੇਰਾ ਖਿਆਲ। ਹਾਂ, ਧਾਰੀਵਾਲ ਦੇ। ਅੱਛਾ, ਇਹਦੇ 'ਚ ਆਪਣੇ ਜਿਹੜੇ ਤੁਸੀਂ ਪੜ੍ਹੇ ਪਹਿਲੋਂ ਕੋਟ ਸੰਤੋਖ, ਫਿਰ ਧਾਰੀਵਾਲ, ਫਿਰ MM ਮਿਸ਼ਨ, ਕੋ ਆਪਣੇ ਗੈਰ ਮੁਸਲਿਮ ਵੀ ਇੱਕ ਤੁਹਾਡੇ ਕੋਲ ਕਲਾਸ ਫੈਲੋ ਹੈਗੇ ਸੀ? ਮੇਰੇ ਨਾਲ ਜੀ 9ਵੀਂ 'ਚ ਮੈਨੂੰ ਯਾਦ ਆ, ਉੱਥੇ MM ਮਿਸ਼ਨ ਹਾਈ ਸਕੂਲ 'ਚ ਉੱਥੇ ਜਿਹੜੇ ਇੱਕ ਦਾ ਨਾਮ ਪ੍ਰੀਤਮ ਸਿੰਘ ਸੀ ਮੁੰਡਾ। ਉਹ ਕਿੱਥੇ ਦਾ ਸੀ? ਉਹ ਸਾਡੇ ਧਾਰੀਵਾਲ ਦੇ ਲਾਗੇ ਹੀ ਇੱਕ ਨਾ ਪਿੰਡ ਸੀ ਨਹਿਰ ਦੇ ਉੱਤੇ, ਹੁਣ ਨਾਂ ਭੁੱਲ ਗਿਆ ਮੈਨੂੰ। ਧਾਰੀਵਾਲ ਤੋਂ ਨਹਿਰ ਨਿਕਲਦੀ ਸੀ ਨਾ, ਨਹਿਰ ਅੱਬਰ ਵਾਲੀ ਦੁਆਬ ਜਾਂਦੀ ਸੀ, ਪਿੱਛੋਂ ਮਾਧੋ ਲਾਲ ਹੁਸੈਨ ਤੋਂ ਕਿੱਥੋਂ ਨਿਕਲਦੀ ਸੀ ਮਾਧੋ ਲਾਲ, ਤੇ ਉਹ ਨਹਿਰ ਅੱਬਰ ਵਾਲੀ ਦੁਆਬ ਉਹਦਾ ਨਾਂ ਸੀ। ਨਹਿਰ ਦੇ ਉੱਤੇ ਉਹਦਾ ਪਿੰਡ ਸੀ। ਉਹਦਾ ਨਾਂ ਪ੍ਰੀਤਮ ਸਿੰਘ ਸੀ। ਉਹ ਮੈਨੂੰ ਯਾਦ ਆ ਜੇ। ਇੱਕ ਮੁੰਡਾ ਧਾਰੀਵਾਲ ਦਾ ਹੀ ਸੀ, ਉਹ ਹਿੰਦੂ ਸੀ, ਚੇਤਨਦੇਵ ਉਹਦਾ ਨਾਂ ਸੀ। ਚੇਤਨਦੇਵ ਧਾਰੀਵਾਲ ਦਾ? ਹਾਂਜੀ, ਉਹ ਮੇਰੇ ਨਾਲ ਪੜ੍ਹਦਾ ਹੁੰਦਾ। ਇਹ 2 ਤੁਹਾਨੂੰ ਯਾਦ? 2 ਯਾਦ ਨੇ। 9ਵੀਂ ਤੱਕ ਪੜ੍ਹੇ ਵੀ, ਉਮਰ ਉਦੋਂ ਬਹੁਤੀ ਹੋਈ ਸੀ, 14 ਸਾਲ 13-14 ਸਾਲ? 14 ਸਾਲ ਸ਼ਾਇਦ ਹੋ ਗਈ ਹੋਵੇ। ਮੈਂ ਬਹੁਤ ਛੋਟਾ ਸੀ। ਮੈਨੂੰ ਮਾਸਟਰ ਫਜ਼ਲਦੀਨ ਸਾਡੇ ਪਿੰਡ ਆਇਆ ਜਦੋਂ ਮੈਂ ਛੋਟਾ ਸਾਂ ਜੇ, ਤੇ ਮੇਰਾ ਦਾਦਾ ਨੰਬਰਦਾਰ ਸਨ। ਉਹਨਾਂ ਕੋਲ ਆ ਕੇ ਬੈਠੇ, ਦੁਆ ਸੁਣ ਲਈ। ਉਹਨਾਂ ਆਖਿਆ, ਨੰਬਰਦਾਰ ਜੀ ਮੁੰਡੇ ਨੂੰ ਸਕੂਲੇ ਘੱਲਿਆ ਕਰੋ। ਉਹ ਮੇਰੇ ਦਾਦਾ ਦੇ ਜਾ ਭਾਈ ਆ ਸਕੂਲੇ ਜੇ ਭੋਰਾ ਜਿੰਨਾ ਬੱਚਾ ਲੱਤਾਂ ਕਢਾਉਣੀਆਂ ਨਾ, ਮੈਂ ਇੱਥੋਂ 1.5 ਮੀਲ ਪੈਂਦਾ ਪੜ੍ਹਨ ਤੁਰ ਕੇ ਜਾ ਕੇ। ਉਹਨਾਂ ਨੂੰ ਲੋਕਾਂ ਨੂੰ ਪਤਾ ਨਹੀਂ ਹਦਾਇਤਾਂ ਸਨ। ਉਹ ਮਾਸਟਰ ਫਜ਼ਲਦੀਨ ਸਾਹਿਬ ਕਹਿੰਦੇ ਨੇ ਵੀ ਨੰਬਰਦਾਰ ਜੀ ਮੈਂ ਆਪ ਲੈ ਜਾ ਕਰਾਂਗਾ ਚੁੱਕ ਕੇ। ਬੁੱਢੇ ਜਿਹੇ ਸਨ ਚਨਾਚੇ। ਉਹ ਨਾ 5-6 ਦਿਨ ਆਉਂਦੇ ਰਹੇ, ਮੈਨੂੰ ਉਹਨਾਂ ਮੋਢਿਆਂ 'ਤੇ ਚੁੱਕਣਾ ਅਤੇ ਸਕੂਲੇ ਲੈ ਕੇ ਜਾਣਾ। ਉਹ ਫਿਰ ਬੱਚੇ ਜਿਹੜੇ ਨਾਲ ਮੁੰਡੇ ਸਨ ਉਹਨਾਂ ਮਜ਼ਾਕ ਕਰਨੇ ਵੀ ਮੋਢਿਆਂ 'ਤੇ ਚੜ੍ਹ ਕੇ ਆਉਂਦਾ। ਫਿਰ ਮੁੜ ਕੇ ਨਹੀਂ ਗਿਆ, ਫਿਰ ਮੈਂ ਪੈਦਲ ਹੀ ਜਾਣਾ। ਪਿੰਡ ਦੇ ਵਿੱਚ ਆਪਣੀ ਜਿਹੜਾ ਪਿੰਡ ਸੀ ਜੋਗੋਵਾਲ, ਇਹਦੀ ਪੈਲੀ ਕਿੰਨੀ ਸੀ ਉਦੋਂ?
ਇਹ ਤੇ ਹੁਣ ਮੈਂ ਨਹੀਂ ਕਹਿ ਸਕਦਾ। ਛੋਟੇ ਤੋਂ ਨਹੀਂ ਪਤਾ? ਨਹੀਂ ਮੈਨੂੰ ਪਤਾ ਨਹੀਂ, 12 ਹੋਏਗੀ ਕੋਈ 100 ਕੁ ਕਮਾ ਤੇ ਹੋਵੇਗੀ ਤਕਰੀਬਨ ਸਾਰਿਆਂ ਦੇ। ਠੀਕ। ਹਾਂ ਤੇ ਇੱਧਰ ਆ ਕੇ ਕਿੰਨੀ ਪਈ ਪੈਲੀ? ਇੱਧਰ ਸਾਨੂੰ ਜਿਹੜੀ ਮੇਰੇ ਵਾਲਦ ਨੂੰ ਪਈ ਹੈ ਜੀ, ਫਿਰ ਉਹ 10 ਕਿੱਲੇ ਪਏ। 10 ਕਿੱਲੇ। ਅੱਛਾ, ਤੁਹਾਡੇ ਦਾਦਾ ਜੀ ਨੰਬਰਦਾਰ ਸਨ ਜੋਗੋਵਾਲ ਦੇ? ਜੋਗਵਾਲ ਦੇ ਨੰਬਰਦਾਰ ਸੀ। ਠੀਕ ਹੈ। ਇਹ ਕੀ ਨਾਂ ਸੀ ਉਹਨਾਂ ਦਾ? ਦੱਸਿਆ ਸੀ ਸ਼ਾਹ ਮੁਹੰਮਦ ਉਹਨਾਂ ਦਾ ਨਾਂ ਸੀ। ਸ਼ਾਹ ਮੁਹੰਮਦ ਨੰਬਰਦਾਰ। ਹਾਂਜੀ। ਅੱਛਾ, ਇਵੇਂ ਆ ਵੀ ਜਿਵੇਂ ਹੁਣ ਜੇ ਆਪਾਂ ਹੁਣ ਮੂਲਾ ਸਿੰਘ ਇੱਥੇ ਬੈਠੇ ਆ, ਨਿਜ਼ਾਮਪੁਰੇ ਮੂਲਾ ਸਿੰਘ, ਤੇ ਆਪਾਂ ਨੰਬਰਦਾਰ ਵੀ ਹੋਈਏ ਪਿੰਡ ਦੇ, ਤੇ ਪਿੰਡ ਦੇ 10-12 ਪਿੰਡਾਂ ਦੇ ਨੰਬਰਦਾਰਾਂ ਦੇ ਨਾਵਾਂ ਦਾ ਪਤਾ ਹੁੰਦਾ ਹੈ। ਤੇ ਤੁਸੀਂ ਨਿੱਕੇ ਸੋ, ਲੇਕਿਨ ਆਉਣ ਜਾਣ ਵੱਡਿਆਂ ਕੋ ਕਿਸੇ ਦਾ ਕੋਈ ਪਤਾ ਹੋਵੇ ਲੱਗੇ ਤੇ। ਮੈਂ ਚੂਹੇ ਚਾੜ ਦਾ ਸ਼ਫੀ ਨੰਬਰਦਾਰ ਹੁੰਦਾ ਸੀ, ਉਹਨੂੰ ਮੈਂ ਜਾਣਦਾ ਜੀ। ਪੁੱਛਣਿਆ ਤੁਹਾਨੂੰ ਪਿੱਛੇ ਜੋਗੋਵਾਲ ਦੇ ਲਾਗੇ ਦੇ ਕੋਈ ਜਿਹੜੇ ਪਿੰਡਾਂ ਦੇ? ਨਹੀਂ ਉਹਨਾਂ ਦੇ ਮੈਨੂੰ ਉਹਨਾਂ ਦਾ ਨਹੀਂ ਯਾਦ? ਨਹੀਂ ਉਹਨਾਂ ਦਾ ਨਹੀਂ ਯਾਦ। ਠੀਕ ਹੈ। ਕਿਉਂਕਿ ਉਦੋਂ ਇੰਡੀਆ ਵਾਸਤਾ ਨਹੀਂ ਸੀ ਨਾ ਹੁੰਦਾ, ਸਿਰਫ ਬਚਪਨ ਸੀ, ਸਕੂਲੇ ਜਾਣਾ ਤੇ ਆ ਕੇ ਖੇਡ ਕੇ। ਇਹਨਾਂ ਨਹੀਂ ਸੀ ਪਤਾ? ਨਹੀਂ। ਅੱਛਾ, ਇਹ ਦੱਸੋ ਵੀ ਆਪਣੇ ਮਸਜਿਦਾਂ ਕਿੰਨੀਆਂ ਸੀ? ਤੁਸੀਂ ਦੱਸਿਆ ਘਰ ਤੇ ਥੋੜੇ ਸੀ। ਸਾਡੇ ਇੱਕੋ ਮਸਜਿਦ ਸੀ ਜੀ, ਤੇ ਉਹ ਬੜੀ ਅੱਛੀ ਮਸਜਿਦ, ਬੜੀ ਉਹਦੀ ਖੂਬਸੂਰਤ ਬਣੀ ਸੀ, ਉੱਥੇ ਨਮਾਜ਼ ਪੜ੍ਹਦੇ ਸਾਰੇ। ਅੱਛਾ, ਆਪਣੇ ਦਾਦਾ ਜੀ ਕੋ ਕੋਈ ਹੋਵੇ ਯਾਦ ਵੀ ਕੋ ਆਉਂਦੇ ਹੋਣ ਗੈਰ ਮੁਸਲਿਮ, ਜਾਂ ਜਿਵੇਂ ਹਿੰਦੂ ਸਿੱਖ ਜਾਂ ਦੂਜੇ ਕ੍ਰਿਸਚੀਅਨ ਕੋ? ਮੇਰੇ ਅਰਜ਼ਨ ਨਾਲ ਦੱਸਿਆ ਜੀ, ਆਉਂਦੇ ਸਨ ਜ਼ਰੂਰ। ਲਾਗੇ ਛੋਟੇਪੁਰ ਪਿੰਡ ਸੀ, ਉੱਥੋਂ ਦੇ ਵੀ ਆਉਂਦੇ, ਖਹਿਰਿਆਂ ਦੇ ਵੀ ਆਉਂਦੇ, ਇੱਕ ਹੁੰਦੇ ਸੀ ਅਟਾਰੀ, ਉਹ ਵੀ ਆਉਂਦੇ ਸਨ। ਉਹਨਾਂ ਦੀ ਲੈਕਚਰ ਬੜੀ, ਮੈਂ ਚੂੰਕਿ ਬਚਪਨ 'ਚ ਸਾਂ ਤੇ ਮੇਰੀ ਉਹਨਾਂ ਨਾਲ ਡਾਇਰੈਕਟ ਵਾਕਫੀਅਤ ਨਹੀਂ। ਉਹ ਡਾਇਰੈਕਟ ਨਹੀਂ ਸੀ, ਇੰਨਾ ਨਿਗਾ ਯਾਦ। ਅੱਛਾ, ਮੈਂ ਪੁੱਛਣਾ ਇਹ ਚਾਹ ਰਿਹਾ ਵੀ ਉਦੋਂ ਉਹਦੇ ਵਿੱਚ ਵੰਡ ਤੋਂ ਪਹਿਲਾਂ ਜਿਹੜੇ ਹਾਲਾਤ ਸਨ, ਉਹ ਕਿਸ ਤਰ੍ਹਾਂ ਦੇ ਹਾਲਾਤ ਸਨ? ਵੀ ਰਹਿਣ ਸਹਿਣ ਕਿਵੇਂ ਦਾ? ਲੋਕਾਂ ਦਾ ਕੋਈ ਲੜਾਈ ਝਗੜਾ ਤਾਂ ਨਹੀਂ ਸੀ? ਜੇ ਸੱਚ ਪੁੱਛੋ ਨਾ ਤਾਂ ਤੁਸੀਂ ਬਚਪਨ ਹੀ ਯਾਦ ਕਰਾਤਾ। ਬਹੁਤ ਅੱਛਾ, ਬੜਾ ਅੱਛਾ ਵਕਤ ਗੁਜ਼ਰ ਰਿਹਾ ਸੀ। ਸਾਰੀਆਂ ਕੌਮਾਂ ਇਕੱਠੀਆਂ, ਸਿੱਖ, ਹਿੰਦੂ, ਈਸਾਈ, ਮੁਸਲਮਾਨ ਇਕੱਠੇ ਸਭ ਸਕੂਲਾਂ 'ਚ ਪੜ੍ਹਨਾ, ਖੇਲਣਾ। ਉਹ ਜਿਸ ਵਕਤ ਯਾਦ ਆਉਂਦਾ ਨਾ ਤੇ ਵਾਕਈ ਤਕਲੀਫ ਹੁੰਦੀ। ਬੜਾ ਤਕਲੀਫ ਵਾਲੀ ਤੇ ਗੱਲ ਫਿਰ ਤੁਹਾਨੂੰ ਇਹ ਹੈ ਨਾ ਵੀ ਜਦੋਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਸਾਰਾ ਕੁਝ ਛੱਡਣਾ ਪਵੇ, ਤਕਲੀਫ ਤੇ ਫਿਰ ਹੁੰਦੀ ਯਾਰ ਮੇਲੀ। ਹਾਂ, ਨਹੀਂ ਪਰ ਉਹ ਮਾਹੌਲ ਬੜਾ ਅੱਛਾ ਸੀ। ਸਾਰੇ ਖੇਡਣਾ, ਸਿੱਖਾਂ ਨੇ, ਮੁਸਲਮਾਨਾਂ ਨੇ, ਬੱਚੇ ਮੁੰਡੇ ਸਿੱਖਾਂ ਦੇ ਵੀ ਆਉਣੇ, ਉਹਨਾਂ ਦੇ ਵਾਲਿदैन ਵੀ ਆਉਣੇ। ਕਿਆ ਬੜਾ ਖੂਬਸੂਰਤ। ਪਾਰਟੀਸ਼ਨ ਹੋ ਕੇ ਫਿਰ ਅਸੀਂ ਮਹਿਦੂਦ ਜੇ ਹੋ ਗਏ, ਸਿਰਫ ਆਪਣੀ ਕੌਮ 'ਚ ਬਹਿ ਗਏ, ਮੁਸਲਮਾਨਾਂ 'ਚ ਹੀ ਗੋ। ਇੱਥੇ ਵੀ ਅੱਛਾ ਵਕਤ ਗੁਜ਼ਰਨ ਡਿਆ ਆਪਣੀ ਕੌਮ। ਇਹ ਦੱਸੋ ਵੀ ਜਿਵੇਂ ਤੁਸੀਂ ਦੱਸਦੇ ਹੋ ਵੀ ਇੱਕ ਹੰਝੂ ਵੀ ਆਉਂਦੇ ਅੱਖਾਂ 'ਚ, ਉਹ ਵੇਲਾ ਚੇਤਾ ਕਰਕੇ ਬੜਾ ਅੱਛਾ ਮਾਹੌਲ ਸੀ ਵੀ ਗੈਰ ਮੁਸਲਮਾਨਾਂ ਦੇ ਨਾਲ ਵੀ ਜਿਹੜੇ ਕਹਿ ਲਓ ਸਿੱਖ ਸੀ, ਹਿੰਦੂ ਸੀ, ਦੂਜੇ ਵੀ, ਉਹਨਾਂ ਦੇ ਬੱਚੇ ਵੀ ਨਾਲ ਖੇਡਦੇ ਸੀ, ਵੱਡੇ ਵੀ ਆਉਂਦੇ ਸੀ। ਅੱਛਾ ਵਸੇਬ, ਤੁਹਾਡੇ ਕਹਿਣ ਦਾ ਮਕਸਦ ਵੀ ਵਸੇਬ ਅੱਛਾ ਸੀ, ਬਹੁਤ ਅੱਛਾ। ਉਦੋਂ ਕੋਈ ਇਸ ਤਰ੍ਹਾਂ ਦਾ ਚੱਕਰ ਤਾਂ ਨਹੀਂ ਸੀ ਵੀ ਮਜ਼ਹਬੀ ਆਜ਼ਾਦੀ ਨਾ ਹੋਵੇ? ਨਾ ਕੋਈ ਅਸੀਂ ਕੋਈ ਪਰੇਸ਼ਾਨੀ ਨਹੀਂ ਸੀ। ਅਸੀਂ ਆਪਣੇ ਕੁਰਬਾਨੀਆਂ ਵੀ ਕਰਦੇ ਸਾਂ, ਇਹ ਆਪਣੇ ਤਿਉਹਾਰ ਮਨਾਉਂਦੇ ਸਨ ਸਾਰੇ। ਹੋਲੀਆਂ ਸਨ, ਕਈ ਇਹਨਾਂ ਦੇ ਤਿਉਹਾਰ ਆਉਂਦੇ ਨੇ। ਫਿਰ ਦੂਸਰੇ ਯਾਨੀ ਬੜਾ ਅੱਛਾ ਵਕਤ ਗੁਜ਼ਰਨ ਰਿਹਾ ਸੀ ਉਹ। ਅੱਛਾ, ਜਿਵੇਂ ਹੁਣ ਹੁੰਦਾ ਤਿਉਹਾਰ ਆ ਜਾਂਦਾ ਵਾ, ਸਿੱਖਾਂ ਦਾ ਗੁਰਪੁਰਬ ਆ ਜਾਂਦਾ ਜਾਂ ਮੁਸਲਮਾਨਾਂ ਦਾ ਈਦ ਆ ਜਾਂਦੀ, ਇੱਕ ਦੂਜੇ ਵੱਲ ਖੁਸ਼ੀ ਦੇ ਟਾਈਮ, ਗਮੀ ਦੇ ਟਾਈਮ ਆਉਣ ਜਾਣ? ਉਹ ਸਾਡੇ ਇਸ ਵਾਸਤੇ ਵੀ ਸਾਡਾ ਪਿੰਡ ਚੂੰਕਿ ਸਾਰਾ ਹੀ ਮੁਸਲਮਾਨਾਂ ਦਾ, ਉੱਥੇ ਇੱਕ ਦੂਸਰੇ ਵੱਲ ਫਿਰ ਕੀ ਜਾਣਾ ਸੀ, ਤੇ ਦੂਸਰੇ ਪਿੰਡਾਂ 'ਚ ਨਹੀਂ ਸੀ ਜਾਂਦੇ। ਔਰ ਜਿੱਥੇ ਇਕੱਠੇ ਸਨ ਨਾ ਦੋਵੇਂ ਮਿਕਸ ਜੇ ਰਹਿੰਦੇ ਸਨ, ਸਿੱਖ ਵੀ ਤੇ ਮੁਸਲਮਾਨ ਵੀ, ਉਹ ਇੱਕ ਦੂਸਰੇ ਤਿਉਹਾਰ 'ਤੇ ਇੱਕ ਦੂਸਰੇ ਮੁਬਾਰਕਾਂ ਵੀ ਦਿੰਦੇ ਸਨ, ਉਹਨਾਂ ਨੂੰ ਕੋਈ ਤੋਹਫੇ ਵੀ ਦਿੰਦੇ ਸਨ। ਹਾਂ, ਇਸ ਤਰ੍ਹਾਂ ਉੱਥੇ ਹੈ ਸੀ ਜਿੱਥੇ ਇਕੱਠੇ ਇੱਕ ਪਿੰਡ ਦੇ ਵਿੱਚ ਵਸਦੇ, ਉੱਥੇ ਤਾਂ ਫਿਰ ਸਾਰੀ ਗੱਲ ਆ। ਜੇ ਕੋਈ ਪਿਆਰ ਮੁਹੱਬਤ ਹੋਵੇ ਤੇ ਇਹ ਤਾਂ ਗੱਲਾਂ ਹੁੰਦੀਆਂ ਹੀ ਆ ਫਿਰ। ਅੱਛਾ, ਇਹ ਦੱਸ ਦਿਓ ਵੀ ਜਦੋਂ ਤੁਸੀਂ ਦੱਸਣ ਡਏ ਸੀ ਵੀ ਘਰੋਂ ਤੁਰੇ, ਗੱਡਿਆਂ 'ਤੇ ਥੋੜ੍ਹਾ ਬਹੁਤਾ ਸਮਾਨ ਲਿਆ, ਫਿਰ ਕਿੱਧਰ ਨੂੰ ਆਏ? ਕਿਹੜੇ ਦੱਸਣ ਡਏ ਪਤਨ ਨੂੰ? ਡੇਰਿਆਂ ਵਾਲਾ ਪਤਨ ਨੂੰ ਕਹਿੰਦੇ ਸੀ। ਠੀਕ। ਇੱਕ ਉੱਥੇ ਅਸੀਂ ਪਹੁੰਚ ਗਏ ਤੇ ਸ਼ਾਮ ਰੌਲਾ ਪੈ ਗਿਆ ਵੀ ਜਸਾ ਪੈ ਗਿਆ, ਮਤਲਬ ਜਿਹੜੇ ਮਾਰ ਕੁਟਾਈ ਕਰਦੇ ਸਨ ਜਾਂ ਕਤਲੋ ਗਾਰਤ ਕਰਦੇ। ਉਦੋਂ ਫਿਰ ਮਾਂ ਬਾਪ ਤੇ ਜਿਸ ਤਰ੍ਹਾਂ ਦੇ ਵੀ ਹੁੰਦੇ ਨੇ, ਉਹਨਾਂ ਬੇੜਾ ਇੱਕੋ ਹੀ ਜਾਂਦਾ ਸੀ ਜਿਹੜਾ ਪਾਰ ਅੰਦਰ ਲਿਆਉਂਦਾ ਸੀ, ਜਿਹੜਾ ਦਰਿਆ ਨੂੰ ਪਾਰ ਕਰਦਾ, ਇੱਕੋ ਹੀ ਕਸ਼ਤੀ ਸੀ, ਇੱਕੋ ਹੀ। ਤੇ ਉਹਦੇ 'ਚ ਗੁੰਜਾਇਸ਼ ਤੇ ਸੀ ਸਿਰਫ 25-30 ਬੰਦੇ ਦੀ ਹੋਏਗੀ, 40 ਹੋ ਜਾਂਦੇ ਹੋਣਗੇ। ਉਹ ਦੁਨੀਆ ਦੀ ਡਰੀ ਦੌੜ ਕੇ ਮਾਰ ਕੇ ਛਾਲਾਂ ਵਿੱਚ ਬਹਿ ਕੇ 150-200 ਬੰਦਾ ਬਹਿ ਗਿਆ।
ਉਹ ਪੰਜੀਆਂ ਦੇ ਸਾਂ 150 200 ਆ ਤੇ ਉਹ ਫਿਰ ਨਾ ਜੇ ਬੇੜਾ ਉਹਨੇ ਮਲਾਵਨ ਨੇ ਡੱਕਦੇ ਰਹੇ ਵੀ ਨਾ ਬੈਠੋ, ਲੇਕਿਨ ਜ਼ਬਰਦਸਤੀ ਲੋਕ ਵਿੱਚ ਬੈਠੇ ਡਰੇ ਬਹਿ ਗਏ। ਉਹ ਦਰਿਆ ਦੇ ਵਿਚਕਾਰ ਜੇ ਆਏ ਜਿਸ ਵੇਲੇ ਤੇ ਉਹ ਬੇੜਾ ਡੁੱਬ ਗਿਆ। ਉਹ ਡੁੱਬਣ ਨਾਲ ਫਿਰ ਉੱਥੇ ਕਾਫੀ ਦੁਨੀਆ ਦਾ ਨੁਕਸਾਨ ਹੋਇਆ, ਮਰੇ ਉੱਥੇ ਲੋਕ। ਨਹੀਂ ਤੁਸੀਂ ਇਕੱਲੇ ਸੋ? ਨਹੀਂ, ਮੈਂ ਆਪਣੇ ਘਰ ਚੋਂ ਇਕੱਲਾ ਸਾਂ। ਉਹ ਵੀ ਮੇਰੇ ਵਾਲਦ ਨੇ ਬਦੋ ਬਦੀ ਬਿਠਾਤਾ ਵੀ ਤੂੰ ਪਾਰ ਲੱਗ ਕਿਸੇ ਦੇ, ਅਸੀਂ ਫੇਰ ਆ ਜਾਾਂਗੇ, ਅਸੀਂ ਆ ਜਾਂਦੇ। ਉਹ ਜਿਸ ਇਸ ਤਰ੍ਹਾਂ ਹੋਈ ਤੇ ਮੈਨੂੰ ਨਾ ਥੋੜ੍ਹਾ ਜਿਹਾ ਧਾਰੀਵਾਲ ਜਦੋਂ ਮੈਂ ਪੜ੍ਹਦਾ ਸਾਂ ਤੇ ਨਹਿਰ ਅਪਤ ਵਾਲੀ ਤੋਂ ਬਹੁਤ ਬੜੀ ਨਹਿਰ ਆ ਉੱਥੇ, ਉਹ ਵੀ ਦਰਿਆ ਦਾ ਸਮਾਂ ਪੇਸ਼ ਕਰਦੀ ਹੈ। ਉਹਦੇ ਨਹਾਉਂਦੇ ਨਹਾਉਂਦੇ ਥੋੜ੍ਹੀ ਤਰਨ ਦੀ ਜਾਚ ਸੀ। ਉਹ ਮੈਂ ਤਰ ਤੁਰ ਕੇ ਨਾ ਥੋੜ੍ਹਾ ਜਿਹਾ ਕਿਨਾਰੇ ਲੱਗਾ। ਕਿਨਾਰਿਓਂ ਜਿਸ ਵੇ ਅੱਗੇ ਜਾਣਾ ਸੀ ਸੁੱਕੇ ਥਾਂ, ਉੱਥੇ ਜਿੱਲਣ ਸੀ ਇੱਕ ਬੜੀ, ਮਤਲਬ ਜੇ ਖੋਬਾ ਜਿਹਨੂੰ ਆਖੀਦਾ, ਉਹਦੇ ਖੁੱਭ ਗਿਆ ਮੈਂ। ਫਿਰ ਉਹ ਨਾ ਨਿਕਲਿਆ ਜਾਏ। ਫਿਰ ਮੈਂ ਸੋਚਿਆ ਮੈਂ ਹੁਣ ਕਰਾਂ, ਕੁਦਰਤ ਨੇ ਮੈਂ ਇਮਦਾਦ ਕਰਨੀ ਸੀ। ਮੈਂ ਲੰਮਾ ਪੈ ਗਿਆ, ਲੰਮਾ ਪੈ ਕੇ ਛੜੀਆਂ ਮਾਰੀਆਂ, ਲੱਤਾਂ ਨਿਕਲ ਆਈਆਂ। ਫਿਰ ਲੇਟ ਦਾ ਹੀ ਉਹ ਜਿਹੜਾ ਸੀ ਨਾ ਕਿੱਲਾ ਕੁ ਜਗ੍ਹਾ ਸੀ, ਉਹ ਕਿੱਲਾ ਕੇ ਉਹ ਲੇਟ ਕੇ ਤੇ ਮੈਂ ਪਾਰ ਲੱਗ ਗਿਆ। ਅੱਗੇ ਉਹ ਪਿੰਡ ਸੀ ਰਸੀਮ ਵਾਲ, ਉੱਥੇ ਆ ਗਏ। ਇਹ ਮੇਰੇ ਵਾਲਦੈਨ ਜਿਹੜੇ ਨੇ ਫਿਰ ਅਗਲੇ ਦਿਨ ਆਏ ਨੇ। ਮੈਂ ਉੱਥੇ ਜਿਹੜੇ ਇੱਧਰ ਦੇ ਕੋਈ ਸੀ ਘਰ, ਉਹਨਾਂ ਮੈਨੂੰ ਉੱਥੇ ਬਿਠਾਇਆ, ਉਹਨਾਂ ਪਾਣੀ ਤਾਂ ਨਹੀਂ ਪਿਆ ਅਤੇ ਉਹਨਾਂ ਪੁੱਛਿਆ ਵੀ ਵਾਲਦੈਨ, ਮੈਂ ਆਖਿਆ ਪਿੱਛੇ ਨੇ। ਉਹ ਸਵੇਰੇ ਫਿਰ ਇਹ ਵੀ ਤਰੀਕੇ ਨਾਲ ਕਿਤੇ ਚਲੇ ਗਏ। ਉੱਥੋਂ ਫਿਰ ਨਾ ਉਹ ਵਾਕਿਆ ਪਏ, ਉਦੋਂ ਉਹ ਹੱਲਾ ਗੁੱਲਾ ਕਰਨ ਵਾਲੇ ਜਸਾ ਜਿਹਨੂੰ ਆਉਂਦੇ ਸੀ, ਉਹ ਪਏ। ਫਿਰ ਦੁਨੀਆ ਕੋਈ ਡੁੱਬ ਕੇ ਮਰ ਗਈ, ਕੋਈ ਕਿਸ ਤਰ੍ਹਾਂ, ਬੜੀ ਮੁਸ਼ਕਿਲ ਪੇਸ਼ ਆਈ ਸੀ। ਅੱਛਾ, ਵਾਲਦੈਨ ਤੁਹਾਡੇ ਫਿਰ ਅਗਲੇ ਦਿਨ ਪਹੁੰਚੇ? ਹਾਂਜੀ, ਅਗਲੇ ਦਿਨ ਸੁਬਹ ਹੀ ਉਹ ਫਿਰ ਉਹ ਵੀ ਪਹੁੰਚ। ਨਿਆਣੀ ਉਮਰ, ਫਿਰ ਵੇਲਾ ਤੇ ਚੇਤਾ ਹੁੰਦਾ ਹੋਣਾ? ਬੜਾ ਚੇਤਾ ਆਉਂਦਾ। ਫਿਰ ਇੱਥੋਂ ਤੱਕ ਬਈ ਅਸੀਂ ਹੁਣ ਤੁਹਾਨੂੰ ਇਹਦੇ ਵਿੱਚ ਮੈਂ ਅਗਲੀ ਦੱਸਾਂ। ਉੱਥੋਂ ਜੇ ਪੈਦਲ ਤੁਰ ਪਏ, ਰਾਹ 'ਚ ਇੱਕ ਆਉਂਦਾ ਪਿੰਡ ਆਪਣਾ ਮੈਂਗੜੀ ਤੱਕ ਪੈਦਲ ਹੀ ਆਏ। ਬੁਰਾ ਹਾਲ ਸਾਡਾ ਕੋਈ ਆ, ਯਾਨੀ ਯਕੀਨ ਕਰੋ ਵੀ ਅਸੀਂ ਇੱਕ ਛਪੜੀ ਛੁੱਟ ਜੀ ਸੀ, ਉਹਦੇ 'ਚ ਇੱਕ ਸੰਡਾ ਲੇਟਣ ਡਿਆ ਸੀ। ਪਿਆਸ ਇੰਨੀ ਲੱਗੀ ਵੀ ਪਾਣੀ ਨਾ ਉੱਥੇ ਹੋਵੇ, ਉਹ ਪਾਣੀ ਪੀਤਾ ਬੁੱਕਾਂ ਨਾਲ। ਇਹ ਵਕਤ ਵੀ ਗੰਦਾ ਹੀ। ਉਸ ਤੋਂ ਫਿਰ ਅੱਗੇ ਜੱਸੜ ਆ ਗਿਆ ਸਟੇਸ਼ਨ। ਜੱਸੜ ਵੀ ਸਾਨੂੰ ਟ੍ਰੇਨ ਨਹੀਂ ਮਿਲੀ। ਉੱਥੋਂ ਪੈਦਲ ਹੀ ਫਿਰ ਨਾਰੋਵਾਲ ਆਏ। ਨਾਰੋਵਾਲੋਂ ਟ੍ਰੇਨ ਮਿਲੀ ਅਤੇ ਫਿਰ ਅਸੀਂ ਉਹ ਉੱਥੇ ਇੱਥੇ ਮੋਮਨ ਆ ਕੇ ਉਤਰੇ। ਅਤੇ ਇੱਥੋਂ ਅੱਗੇ ਇੱਥੇ ਤਾਂ ਤੁਹਾਨੂੰ ਦੱਸਾਂ, ਜੇ ਮੋਮਨ ਤੋਂ ਉਤਰ ਕੇ ਆਏ ਤਾਂ ਡੇਢ ਇੱਕ ਪਿੰਡ ਆ। ਉੱਥੇ ਇੱਕ ਜ਼ਿਮੀਦਾਰ ਸੀ, ਉਹਦਾ ਛਾਹ ਵੇਲਾ ਉਹਨੇ ਹਲ ਜੁੱਤਾ, ਉਹਦਾ ਛਾਹ ਵੇਲਾ ਗਿਆ, ਇੱਕ ਔਰਤ ਲੈ ਗਈ। ਉਹਨੇ ਆਵਾਜ਼ ਮਾਰੀ ਵੀ ਭਾਈ ਉਰਾ ਆਓ। ਉਹਨਾਂ ਹਮਦਰਦੀ ਹੋਈ ਵੀ ਮਾਜਰ ਹੋ ਕੇ ਆਏ ਨੇ ਵਿਚਾਰੇ, ਉਸ ਧੱਕੇ ਖਾਂਦੇ। ਆਖੇ ਆ ਜਾਓ ਰੋਟੀ ਖਾ ਲਓ। ਉਸ ਵੇਲੇ ਅਸੀਂ 10-12 ਜੀ ਸਾਂ ਅਤੇ ਰੋਟੀ ਉਹਨਾਂ ਕੋਲ 2 ਰੋਟੀਆਂ, ਉਹ ਸਾਨੂੰ ਇੱਕ ਬੁਰਕੀ ਆਈ। ਉਹਨੇ ਹਾਲ ਛੱਡ ਦਿੱਤਾ, ਆਪਣੀ ਬੀਵੀ ਨੂੰ ਕਹਿਣ ਲੱਗਾ ਵੀ ਹੁਣੇ ਦੌੜ ਜਾ, ਨਾਲ ਹੀ ਪਿੰਡ ਸੀ ਥੋੜ੍ਹੀ ਦੂਰ, ਵੀ ਚੱਲ ਕੇ ਤੇ ਰੋਟੀ ਦਾ ਇੰਤਜ਼ਾਮ ਕਰੋ ਇਹਨਾਂ ਪ੍ਰਾਹੁਣਿਆਂ ਵਾਸਤੇ। ਉਹ ਵਿਚਾਰੀ ਦੌੜੀ, ਉਹਨੇ ਭਾਂਡੇ ਉੱਥੇ ਹੀ ਪਏ ਰਹਿਣ ਅਤੇ ਬਾਅਦ 'ਚੋਂ ਜ਼ਿਮੀਦਾਰ ਚੁੱਕ ਕੇ ਲਿਆ। ਉਹਨੇ ਡਾਹ ਕੇ ਲੜਕੀਆਂ ਕੋਈ 3-4 ਤੰਦੂਰ ਤਾਏ, ਉਹਨਾਂ ਰੋਟੀਆਂ ਪਕਾਈਆਂ, ਘਿਓ ਨਾਲ ਚੋਪੜ ਚਾਪੜ ਕੇ ਚੰਗੀਆਂ। ਡੇਲਿਆਂ ਦਾ ਅਚਾਰ ਸਾਨੂੰ ਨਾਲ ਮਿਲਿਆ। ਉਹ ਡੇਲਿਆਂ ਦਾ ਅਚਾਰ ਖਾਧਾ, ਜੋ ਮਜ਼ਾ ਜਾਂ ਸਵਾਦ ਉਹਦਾ ਆਇਆ, ਅੱਜ ਤੱਕ ਨਾ ਗੋਸ਼ਤ ਵਿੱਚ ਆਇਆ, ਨਾ ਕਿਸੇ ਹੋਰ ਸਬਜ਼ੀ 'ਚ ਆਇਆ। ਜਿਹੜਾ ਅਚਾਰ ਦਾ ਕਿਉਂ ਭੁੱਖ ਲੱਗੀ ਸੀ ਅਤੇ ਉਹਨੇ ਹਮਦਰਦੀ ਤਾਂ ਹੈ ਸੀ ਨਾ ਲੋਕਾਂ ਨੂੰ ਬੜੀ, ਲੇਕਿਨ ਇੰਨੀ ਦੁਨੀਆ ਨੂੰ ਕਿੱਥੇ ਸਾਂਭਦੇ ਸਨ। ਇਹ ਫਿਰ ਅੱਗੇ 24 ਪਿੰਡ ਸੀ ਸਾਡਾ। ਇੱਥੇ ਮੇਰੇ ਚਾਚੇ ਬਾਬੇ ਸਨ, ਮੇਰੇ ਦਾਦੇ ਦੇ ਭਰਾ ਸਕੇ 3 ਇੱਥੇ ਸਨ। ਫਿਰ ਉਹਨਾਂ ਕੋਲ ਆ ਗਏ ਅਤੇ ਫਿਰ ਜਿਹੜੇ ਕੋਈ 10-15 ਦਿਨ ਉੱਥੇ ਰਹੇ ਆ। ਉੱਥੋਂ ਫਿਰ ਉਹ ਆਖਰ ਉਹਨਾਂ ਨੂੰ ਹਮਦਰਦੀ ਅਤੇ ਉਹਨਾਂ ਰੋਟੀ। ਅੱਛਾ, ਇਹ ਦੱਸਿਓ ਵੀ ਆਉਂਦੇ ਆ ਵੀ ਉਦੋਂ ਹੋਈ ਆ ਕਤਲੋ ਗਾਰਤ ਬੜੀ ਹੋਈ ਆ, ਕੋਈ ਇਸ ਤਰ੍ਹਾਂ ਦਾ ਕੋਈ ਵੇਖਿਆ ਵਾਕਿਆ ਰਸਤੇ 'ਚ? ਵੇਖਿਆ। ਕਿੱਥੇ? ਕੰਜਰੂੜ ਪਿੰਡ ਸੀ ਇੱਕ ਕਸਬਾ ਜਿਹਾ, ਉੱਥੇ ਰਾਤ ਮੈਂ ਰਿਹਾ, ਅਸੀਂ ਰਹੇ ਆ। ਇੱਕ ਡਾਕਟਰ ਦੀ ਦੁਕਾਨ ਸੀ, ਉਹ ਵਿਹਲੀ ਪਈ ਸੀ, ਉੱਥੇ ਅਸੀਂ ਬਹਿ ਗਏ। ਉਹਦੇ ਨਾਲ ਹੀ ਇੱਕ ਖੂਹ ਸੀ। ਅਸੀਂ ਜਿਸੇ ਉੱਥੇ ਰਾਤ ਦੇ ਕੋਈ 10 ਵਜੇ ਨੇ 11 ਅਤੇ ਰੌਲਾ ਜਿਹਾ ਪਿਆ। 6 ਦਿਨ ਬਾਹਰ ਨਿਕਲੇ। ਇੱਕ ਹਿੰਦੂ ਲੜਕਾ ਬਾਬਾ ਸੀ, ਬੁੱਢਾ ਜਿਹਾ, ਉਹਨੂੰ ਨਾ ਇੱਕ ਮੁਸਲਮਾਨ ਹੋਣਗੇ, ਉਹਨਾਂ ਚਾਕੂ ਖੰਜਰ ਮਾਰੇ ਅਤੇ ਉਹਨੂੰ ਖੂਹ ਦੇ ਵਿੱਚ ਸੁੱਟ ਦਿੱਤਾ। ਉਹ ਖੂਹ ਸੁੱਟਿਆ ਜਿਸ ਵੇਲੇ, ਅਤੇ ਉਹ ਵਿਚਾਰਾ ਨਾ ਉੱਚੀ ਫਿਰਨਾ, ਜ਼ਖਮੀ ਹੋਏ ਪਾਣੀ ਦੇ ਵਿੱਚ ਹੈਗਾ ਵੀ ਜੀਂਦਾ। ਉਹਨੇ ਆਵਾਜ਼ਾਂ ਮਾਰੇ, ਮੈਨੂੰ ਕੱਢ ਲਓ, ਮੈਨੂੰ ਕੱਢੋ। ਅਸੀਂ ਡਰੇ ਹੀ ਐਡੇ ਸਮੇਂ ਅਸੀਂ ਉੱਧਰ ਮੂੰਹ ਨਹੀਂ ਸੀ ਕਰਦੇ।
ਉਹ ਫਿਰ ਕੋਈ ਪਿੰਡ ਦੇ ਬੰਦੇ ਉੱਥੋਂ ਦੇ ਆਏ, ਉਹਨਾਂ ਨੂੰ ਬਾਹਰ ਕੱਢਿਆ। ਅੱਗੋਂ ਬਾਅਦ 'ਚ ਪਤਾ ਨਹੀਂ ਉਹ ਬਚਿਆ ਜਾਂ ਨਹੀਂ ਬਚਿਆ, ਬਿਹਤਰ ਜਾਣ ਦਾ। ਇਹ ਵੀ ਲੋਕ ਉਦੋਂ ਏਡੇ ਜ਼ਾਲਮ ਹੋ ਗਏ ਵੀ ਉਦੋਂ ਬੇਦੀਦ ਅੱਖਾਂ 'ਚ ਹਾਂ ਕੋਈ ਖਿਆਲ ਹੀ ਨਹੀਂ ਸੀ। ਇਨਸਾਨੀਅਤ ਦਾ ਤੇ ਨਾ ਹੀ ਇਨਸਾਨੀਅਤ ਮਰ ਗਈ ਸੀ, ਇਹ ਹਾਲ ਸੀ ਉਦੋਂ। ਤੇ ਫਿਰ ਜਿਸ ਤਰ੍ਹਾਂ ਵੀ ਇਹ ਤਾਂ ਹੁਣ ਬਿਆਨ ਹੀ ਨਹੀਂ ਹੋ ਸਕਦੇ ਉਹ ਜੋ ਉੱਥੇ ਦੇਖਿਆ। ਫਿਰ ਜਾਂ ਲਾਸ਼ਾਂ ਪਈਆਂ ਵੇਖੀਆਂ, ਆਉਂਦਿਆਂ ਸਾਂ ਵੇਖਿਆ ਕੋ ਉੱਥੇ ਪਿਆ, ਕੋ ਉੱਥੇ ਪਿਆ। ਇਹ ਜਿਹੜੇ ਇਹਨਾਂ ਹੀ ਕੀਤੇ ਹੋਣਗੇ ਮੁਸਲਮਾਨਾਂ, ਕੁਝ ਉਹਨਾਂ ਦੇ ਬਾਰੇ ਉਹਨਾਂ ਨੇ ਕੀਤੇ ਹੋਣਗੇ, ਮੁਸਲਮਾਨਾਂ ਦੀਆਂ ਲਾਸ਼ਾਂ ਵੀ ਹੋਣਗੀਆਂ ਵਿੱਚ। ਪਰ ਅਸੀਂ ਤਾਂ ਡਰਦੇ ਗਾਹ ਹੋ ਕੇ ਲਾਗੇ ਵਹਿੰਦੇ ਵੀ ਨਹੀਂ ਸਨ, ਆਪ ਹੀ ਏਡੇ ਡਰੇ ਸੀ। ਨਹੀਂ, ਅਸੀਂ ਤਾਂ ਮਿਲਦੇ ਰਹਿੰਦੇ ਤੁਹਾਡੇ ਵਰਗੇ ਬਜ਼ੁਰਗਾਂ ਨੂੰ। ਅਤੇ ਪਹਿਲੋਂ ਤਾਂ ਜਿਹੜਾ ਮੀਡੀਆ ਸੀ, ਅਸੀਂ ਜੇ ਆਖੀਏ ਤਾਂ ਮੀਡੀਆ ਜੇ ਇੰਡੀਆ ਦਾ ਕਹੋ ਤਾਂ ਥੋੜ੍ਹਾ ਜਿਹਾ ਸਾਡੇ ਨਾਲ ਫਾਸਟ ਸੀ, ਅੱਗੇ ਸੀ। ਹੁਣ ਤਾਂ ਕਹਿੰਦੇ ਵੀ ਮੁਸਲਮਾਨਾਂ ਨੇ ਮਾਰਿਆ, ਉਹ ਆਂਦੇ ਵੀ ਉਹਨਾਂ ਨੇ ਮਾਰਿਆ, ਇੱਧਰ ਵਾਲੇ ਸਾਡੇ ਆਂਦੇ ਵੀ ਉਹਨਾਂ ਨੇ ਮਾਰਿਆ। ਹਾਲਾਂਕਿ ਉਹ ਕੁਛ ਲੋਕ ਸਨ ਜਿਨ੍ਹਾਂ ਨੇ, ਜਿਹੜੇ ਜ਼ਾਲਮ ਜਿਵੇਂ ਤੁਸੀਂ ਦੱਸਿਆ, ਜਿਨ੍ਹਾਂ ਨੂੰ ਇਨਸਾਨੀਅਤ ਜਿਨ੍ਹਾਂ ਦੇ ਵਿੱਚ ਹੈ ਨਹੀਂ ਸੀ। ਹਾਂ, ਉਹ ਇਹ ਮੈਂ ਨਹੀਂ ਕਹਿ ਸਕਦਾ ਵੀ ਉਹ ਕੌਣ ਸਨ, ਲੇਕਿਨ ਇਹ ਹੈ ਵੀ ਮੈਂ ਦੇਖਿਆ ਬੜਾ ਬੇਦਰਦੀ ਨਾਲ ਕਤਲ ਕੀਤੇ। ਲਾਸ਼ਾਂ ਪਈਆਂ ਮੈਂ ਦੇਖੀਆਂ ਨੇ ਆਪ। ਜਾਂ ਉਹ ਇੱਕ ਬੰਦਾ ਜਿਹੜਾ ਖੂਹ 'ਚ ਜਿਹਨੂੰ ਮਾਰ ਕੇ ਖੰਜਰ ਸੁੱਟਿਆ ਸੀ, ਉਹ ਸਾਡੇ ਸਾਹਮਣੇ ਵਾਕਿਆ ਆਇਆ। ਅਤੇ ਇਹਦੇ 'ਚ ਕੋਈ ਸ਼ੱਕ ਨਹੀਂ, ਇੱਧਰ ਮੁਸਲਮਾਨਾਂ ਵੀ ਕੀਤੇ ਹੋਣਗੇ। ਅਸੀਂ ਉਦੋਂ ਤਾਂ ਇੱਥੇ ਨਹੀਂ ਸਨ ਦੇਖਿਆ ਇਹਨਾਂ ਨੂੰ, ਅਸੀਂ ਉੱਧਰੋਂ ਆ ਰਹੇ ਸਾਂ। ਲੇਕਿਨ ਉੱਧਰ ਵੀ ਜੋ ਕੁਛ ਹੋਇਆ ਨਾ, ਉਹ ਇਹ ਜ਼ਰੂਰੀ ਨਹੀਂ ਵੀ ਉਹ ਸਿੱਖ ਜਾਂ ਹਿੰਦੂ ਸਨ ਜਾਂ ਈਸਾਈ ਸਨ। ਹੋਰ ਲੁਟੇਰੇ ਕਿਸਮ ਦੇ ਕਈ ਬੰਦੇ ਜਿਹੜੇ ਫਿਰ ਉਹ ਵੀ ਵਿੱਚ ਸ਼ਾਮਲ ਹੋ ਗਏ। ਉਹ ਲੁੱਟਦੇ ਲੜਦੇ ਹੀ ਰਹੇ, ਲੋਕਾਂ ਨੂੰ ਫਿਰ ਕਤਲ ਵੀ ਕਰਦੇ ਰਹੇ। ਅੱਛਾ, ਇਹਦੇ ਵਿੱਚ ਇੱਕ ਮੈਨੂੰ ਦੱਸਿਓ, ਤੁਸੀਂ ਬਾਅਦ 'ਚ ਆ ਕੇ ਤੁਸੀਂ ਜਿਵੇਂ ਦੱਸਿਆ ਕਿ ਆ ਕੇ ਤੁਸੀਂ ਥਾਣੇਦਾਰ ਦੀ ਨੌਕਰੀ ਵੀ ਇੱਥੇ ਕੀਤੀ ਆ ਕੇ, ਬਾਅਦ 'ਚ ਕੋਈ ਐਸੀ ਗੱਲ ਸਾਹਮਣੇ ਆਈ ਤੁਹਾਡੇ ਕੋਲ ਇਹ ਉਹ ਲਾਲਚ ਸੀ ਜਾਂ ਕੋਈ ਮਜ਼ਹਬੀ ਤਣਾਅ ਪੈਦਾ ਹੋ ਗਿਆ ਜਾਂ ਅੰਗਰੇਜ਼ ਦੀ ਕੋਈ ਸਾਜ਼ਿਸ਼ ਸੀ? ਇਹ ਕੋਈ ਤੁਸੀਂ ਦੱਸ ਸਕਦੇ ਹੋ ਕੋਈ ਮਾੜਾ ਚੰਗਾ? ਇਹ ਤਾਂ ਸਿਆਸੀ ਜੀ ਗੱਲ ਹੈ, ਜਿਹੜੇ ਉਸ ਵੇਲੇ ਸਿਆਣੇ ਬੰਦੇ ਨੇ ਉਹ ਹੀ ਦੱਸ ਸਕਦੇ ਨੇ। ਸਾਜ਼ਿਸ਼ ਨਹੀਂ ਸੀ ਦਰਅਸਲ। ਜਦੋਂ ਪਾਰਟੀਸ਼ਨ ਹੋਈ ਹੈ, ਜਦ ਪਾਕਿਸਤਾਨ ਦਾ ਅਨਾਊਂਸ ਹੋਇਆ, ਸਭ ਤੋਂ ਪਹਿਲਾਂ ਤਾਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਇਹ ਪਾਕਿਸਤਾਨ 'ਚ ਸ਼ਾਮਲ ਸਨ। ਇਹਨਾਂ ਨੂੰ ਰਾਤ ਨੂੰ ਅਗਲੇ ਦਿਨ ਜਿਸ ਦਿਨ ਇਹ ਅਨਾਊਂਸ ਹੋਇਆ ਵੀ ਇਹ ਨਹੀਂ ਇੰਡੀਆ ਸ਼ਾਮਲ ਹੋ ਗਏ, ਤਾਂ ਹੀ ਅਸੀਂ ਉੱਠੇ ਹਾਂ ਉੱਥੋਂ, ਦੌੜੇ ਸਨ। ਪਹਿਲਾਂ ਮੁਤਮਿਨ ਸੀ ਵੀ ਨਹੀਂ ਇਹ ਪਾਕਿਸਤਾਨ ਹੀ। ਅਤੇ ਉਦੋਂ ਫਿਰ ਜਦੋਂ ਇਹ ਦੱਸਿਆ ਨਾ ਵੀ ਸ਼ਰੀਫਪੁਰੇ ਦਾ ਵਾਕਿਆ ਹੋਇਆ, ਉਸ ਤੋਂ ਬਾਅਦ ਫਿਰ ਨਾ ਇਹ ਨਫ਼ਰਤਾਂ ਪੈਦਾ ਹੋਈਆਂ। ਸ਼ਰੀਫਪੁਰੇ 'ਚ ਉਹਨਾਂ ਮੁਸਲਮਾਨਾਂ ਦਾ ਕਤਲੇਆਮ ਹੋਇਆ, ਫਿਰ ਮੁਸਲਮਾਨ ਵੀ ਤਗੜੇ ਹੋ ਗਏ। ਫਿਰ ਨਹੀਂ, ਮੈਂ ਗੱਲ ਕਰਦਾ ਹੁੰਦਾ ਵੀ ਅੰਗਰੇਜ਼ ਦੀ ਹਕੂਮਤ ਰਹੀ ਇੱਥੇ ਇੰਨੇ ਸਾਲ। ਅਤੇ ਇਹਦੇ ਵਿੱਚ ਹੁਣ ਤੁਸੀਂ ਅਸੀਂ ਵੀ ਵੇਖਦੇ ਹਾਂ, ਅਸੀਂ ਹੁਣ ਤੁਹਾਡੇ ਤੋਂ ਹੁਣ ਤੱਕ ਤੀਸਰੀ ਪੀੜ੍ਹੀ ਦੇ ਅਸੀਂ ਵੀ ਹੋ ਗਏ ਵੀ ਹੁਣ ਵੇਖਦੇ ਵੀ ਜਿਹੜਾ ਅੰਗਰੇਜ਼ ਦੇ ਬਣੀਆਂ ਹੋਈਆਂ ਜਰਨੈਲੀ ਸੜਕਾਂ ਅੱਜ ਵੀ ਹੈ ਨੇ, ਵੀ 100 ਸਾਲ ਪਹਿਲਾਂ ਦੀ ਪਲੈਨਿੰਗ ਅੰਗਰੇਜ਼ ਨੇ ਕੀਤੀ ਸੀ ਵੀ ਇੱਥੋਂ ਦੀ ਜੇ ਅੱਜ ਸੜਕਾਂ ਛੱਡਾਂਗੇ ਤਾਂ ਕੱਲ੍ਹ ਨੂੰ ਕੰਮ ਆਉਣਗੀਆਂ। ਅੱਜ 70 ਸਾਲ ਹੋ ਗਏ ਅਤੇ ਹੁਣ ਉਹ ਸੜਕਾਂ ਜਿਹੜੀਆਂ ਵਾ ਬਣਨ ਲੱਗੀਆਂ ਸੇਮਾਂ, ਅਤੇ ਉਹ ਜਿਹੜੇ ਜਰਨੈਲੀ ਸੜਕਾਂ ਨੇ ਉਹ ਅੰਗਰੇਜ਼ ਨੇ ਇਹ ਪਲੈਨਿੰਗ ਕਿਉਂ ਨਾ ਕੀਤੀ ਵੀ ਏਡਾ ਵੱਡੇ ਦਰਜੇ 'ਤੇ ਹੋਣੀ ਆ ਮਾਈਗ੍ਰੇਸ਼ਨ, ਅਤੇ ਆਪਸ 'ਚ ਲੜਨਗੇ ਮਰਨਗੇ। ਇਹ ਉਦੋਂ ਹੈ ਹੀ ਨਹੀਂ ਸੀ ਕਿਸੇ ਦੇ ਜ਼ਿਹਨ 'ਚ ਵੀ ਇਹ ਪਾਰਟੀਸ਼ਨ ਹੋਵੇਗੀ। ਉਦੋਂ ਤਾਂ ਇੱਕ ਮੁਲਕ ਸੀ। ਆਜ਼ਾਦੀ ਵਾਸਤੇ ਤਾਂ ਇਕੱਠੇ ਪਾਕਿਸਤਾਨ ਯਾਨੀ ਮੁਸਲਮਾਨ, ਹਿੰਦੂ, ਸਿੱਖ, ਈਸਾਈ ਆਜ਼ਾਦੀ ਵਾਸਤੇ ਸਾਰੇ ਇਕੱਠੇ ਲੜਦੇ ਸਨ। ਜਿਸ ਮੁਤਾਲਬਾ ਪਾਕਿਸਤਾਨ ਦਾ ਕੀਤਾ ਕਾਇਦੇ ਆਜ਼ਮ ਨੇ, ਅਤੇ ਉਦੋਂ ਇਹ ਮੁਤਾਲਬਾ ਸਿਰਫ ਇਸ ਵਾਸਤੇ ਕੀਤਾ ਸੀ ਵੀ ਸਾਡਾ ਰਹਿਣ ਸਹਿਣ, ਸਾਡੇ ਤਿਉਹਾਰ ਸਾਡੇ ਅਲੱਗਾ, ਅਸੀਂ ਵੱਖਰੀ ਆ, ਲਿਹਾਜ਼ਾ ਸਾਨੂੰ ਅਲੱਗਾ ਖਿੱਤਾ ਦਿੱਤਾ ਜਾਏ ਤਾਂ ਕਿ ਇੱਥੇ ਕੋਈ ਫ੍ਰਿਕਸ਼ਨ ਨਾ ਹੋਵੇ, ਆਪੋ ਜੇ ਲੜਨ ਪੈਣ ਨਾ। ਉਹਨਾਂ ਇਹ ਕਾਇਦੇ ਆਜ਼ਮ ਦਾ ਮਨਸੂਬਾ ਸੀ। ਲੇਕਿਨ ਜਿਸ ਵੇਲੇ ਪਾਰਟੀਸ਼ਨ ਹੋ ਗਈ, ਮਤਲਬ ਅਨਾਊਂਸ ਹੋ ਗਿਆ ਬਈ ਇਹ ਪਾਕਿਸਤਾਨ ਦਾ ਹਿੱਸਾ ਅਤੇ ਇਹ ਇੰਡੀਆ ਦਾ, ਅਤੇ ਉਸ ਤੋਂ ਬਾਅਦ ਹੀ ਫਿਰ ਇਹ ਨਫ਼ਰਤਾਂ ਪੈਦਾ ਹੋਈਆਂ ਵੀ ਸਿੱਖ ਜਿਹੜੇ ਜਾਂ ਹਿੰਦੂ ਨੇ ਉਹ ਮੁਸਲਮਾਨ ਦੇ ਖਿਲਾਫ ਹੋ ਗਏ, ਮੁਸਲਮਾਨ ਜਿਹੜੇ ਨੇ ਉਹਨਾਂ ਦੇ ਖਿਲਾਫ ਹੋ ਗਏ, ਔਰ ਇਹਨਾਂ ਦਾ ਕਲੈਸ਼ ਹੋਣਾ ਸ਼ੁਰੂ ਹੋ ਗਿਆ। ਉਹਦੇ 'ਚ ਮਰਨੇ ਸ਼ੁਰੂ ਹੋਏ। ਪਹਿਲੇ ਕੋਈ ਪਲਾਨ ਨਹੀਂ, ਪਹਿਲਾਂ ਕੋਈ ਨਹੀਂ, ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਸੀ। ਨਹੀਂ, ਪਹਿਲੇ ਕੋਈ ਗੱਲ ਨਹੀਂ ਸੀ, ਬਿਲਕੁਲ ਨਹੀਂ। ਅੱਛਾ, ਇਹ ਦੱਸਿਓ ਹੁਣ ਮਾੜਾ ਜਿਹਾ ਮੈਨੂੰ ਇੱਕ ਹੋਰ ਗੱਲ ਮੈਂ ਪੁੱਛਦਾ ਹੁੰਦਾ ਅਕਸਰ ਹੀ, ਰਹਿਣ ਸਹਿਣ ਤੁਸੀਂ ਅੱਗੇ ਦੱਸਿਆ ਮੈਨੂੰ, ਇਹ ਜਿਹੜਾ ਵਸੇਬ ਆ, ਰੋ ਰੀਤ ਆ ਜਾਂ ਰਹਿਣ ਸਹਿਣ ਦਾ ਤਰੀਕਾਕਾਰ, ਇੱਕ ਦੂਜੇ ਨਾਲ ਮਿਲਣ ਵਰਤਣ, ਵਸੇਬ ਜਿਹੜਾ ਵਾ ਉਹ ਪਾਰਟੀਸ਼ਨ ਤੋਂ ਪਹਿਲਾਂ ਦਾ, ਵੰਡ ਤੋਂ ਪਹਿਲਾਂ ਦਾ ਤੁਹਾਨੂੰ ਚੰਗਾ ਲੱਗਦਾ ਸੀ ਕਿ ਉਸ ਤੋਂ ਬਾਅਦ ਵਾਲਾ ਠੀਕ ਹੈ ਹੋਣ ਵਾਲਾ? ਹੁਣ ਮੌਲਵੀ ਨੇ ਮੇਰੇ ਦੁਆਲੇ ਹੋ ਜਾਣਾ। ਨਹੀਂ ਮੌਲਵੀ ਵਾਲਾ ਕੋਈ ਨਹੀਂ। ਅਸਲ ਗੱਲ ਇਹ ਆ, ਡਰ ਵੀ ਆਉਂਦਾ, ਇੱਕ ਮਿੰਟ ਲਾਉਂਦੇ ਆਉਂਦੇ ਕਾਫਰ। ਅਤੇ ਅਸਲ ਗੱਲ ਤਾਂ ਇਹ ਹੈ ਵੀ ਜਦੋਂ ਇਹ ਸਾਰੇ ਮਿਕਸ ਸਨ, ਇਕੱਠੇ ਰਹਿੰਦੇ ਸਨ, ਉਹ ਜ਼ਿੰਦਗੀ ਹੋ ਰਹੀ ਸੀ, ਕੋਈ ਬਹੁਤ ਮਜ਼ੇਦਾਰ ਸੀ ਜ਼ਿੰਦਗੀ।
ਇੱਕ ਦੂਸਰੇ ਦੇ ਤਿਉਹਾਰਾਂ 'ਤੇ ਜਾਣਾ, ਮੁਬਾਰਕਾਂ ਦੇਣੀਆਂ, ਇੱਕ ਦੂਸਰੇ ਨੂੰ ਮਿਲਣਾ ਗਿਲਣਾ, ਉਹਨਾਂ ਦੇ ਤਿਉਹਾਰ ਦੇਖਣੇ, ਉਹਨਾਂ ਸਾਡੇ ਦੇਖਣੇ, ਅਤੇ ਆਪੋ ਪਿਆਰ ਮੁਹੱਬਤ ਵੀ ਬੜਾ ਹੋਣਾ। ਸਿੱਖਾਂ ਨੇ ਆਉਣਾ, ਲਾਗੇ ਸਾਡੇ ਛੋਟੇ ਬੋੜ ਪਿੰਡ ਸੀ, ਅਟਾਰੀ ਸੀ, ਖਹਿਰੇ ਸਨ, ਉਹਨਾਂ ਉੱਥੇ ਆਉਣਾ, ਬੋੜ ਥੱਲੇ ਮੰਜੀਆਂ ਡਾਈਆਂ ਹੋਣੀਆਂ, ਇਕੱਠੇ ਸਾਰਿਆਂ ਬੈਠੇ ਹੋਣਾ, ਗੱਪਾਂ ਮਾਰਦੇ ਹੋਣਾ, ਸਾਡੇ ਵੱਡਿਆਂ ਨੇ ਬੁੱਢਿਆਂ ਨੇ, ਪਿਆਰ ਸ਼ਿਆਰ ਬੜਾ ਹੋਣਾ ਇਹਨਾਂ ਆਪਸ 'ਚ। ਇਹ ਤਾਂ ਬੇੜਾ ਦੇ ਗਰਕ ਉਦੋਂ ਹੀ ਹੋਇਆ ਜਦੋਂ ਪਾਰਟੀਸ਼ਨ ਹੋਈ। ਚਲੋ ਉਹ ਤੇ ਵੇਖੋ ਨਾ, ਇੱਕ ਵਕਤ ਦੀ ਜ਼ਰੂਰਤ, ਜਦੋਂ ਆਪਣੇ ਲੀਡਰ ਮੁਸਲਮਾਨ ਲੀਡਰਾਂ ਨੇ ਆਖਿਆ ਵੀ ਪਾਕਿਸਤਾਨ ਵੱਖਰਾ ਬਣਾਉਣਾ ਵਾ, ਮੁਲਕ ਲੈ ਲਿਆ, ਵੱਖਰਾ ਬਣ ਗਿਆ। ਮੈਂ ਇਹ ਗੱਲ ਕਰਦਾ ਹੁੰਦਾ ਵੀ ਹੁਣ ਦੁਨੀਆ ਦੇ ਦੂਜੇ ਮੁਲਕ ਵੀ, ਜਿਵੇਂ ਹੁਣ ਸ਼ਮਾਲੀ ਕੋਰੀਆ ਤੇ ਜਨੂਬੀ ਕੋਰੀਆ, ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ, ਉਹ ਵੀ ਤੇ ਇਕੱਠੇ ਹੋ ਗਏ ਹੁਣ। ਤੇ ਇਹ ਵੀ ਤੇ ਇਹ ਲੀਕ ਜੇ ਵੱਜ ਗਈ ਆ, ਜੇ ਬਾਰਡਰ ਵੱਜ ਗਏ ਆ, ਤੇ ਵੱਜੇ ਰਹਿਣ, ਉੱਧਰ ਰਹਿਣ, ਇੱਧਰ ਰਹਿਣ, ਲੇਕਿਨ ਪਿਆਰ ਮੁਹੱਬਤ ਅਮਨ ਸਕੂਨ ਨਾਲ ਰਹਿਣ, ਇੱਕ ਦੂਜੇ ਨਾਲ ਲਾਉਣ ਜਾਣ, ਜਿਹੜਾ ਵਾ ਇਹਦੇ ਵਿੱਚ ਤੇ ਕੋਈ ਇਖਤਲਾਫ ਨਹੀਂ ਹੋਣਾ ਚਾਹੀਦਾ। ਨਾ ਮੇਰੀ ਅਰਜ਼ੀ ਜੀ ਵੀ ਇਹ ਤੇ ਹੁਣ ਉਹਨਾਂ ਸਾਡੇ ਸਿਆਸਤਦਾਨਾਂ ਦਾ ਕੰਮ ਆ ਨਾ, ਉਹ ਨਾ ਮੈਂ ਕਰ ਸਕਦਾ, ਨਾ ਤੁਸੀਂ ਕਰ ਸਕਦੇ, ਨਾ ਇਹ ਕਰ ਸਕਦੇ ਨੇ। ਅਸਲ ਗੱਲ ਤਾਂ ਇਹ ਹੀ ਆ ਵੀ ਅਗਰ ਇਹ ਪਾਰਟੀਸ਼ਨ ਹੋ ਗਈ, ਮੁਲਕ ਅਲੱਗਾ ਬਣ ਗਿਆ, ਇਨਸਾਨ ਤਾਂ ਅਸੀਂ ਉਹੀ ਹਨ। ਹਾਂ, ਇਨਸਾਨ ਤੇ ਹੋਈ। ਇਹ ਬਾਰਡਰ ਲਾਈਨ ਜਿਹੜੀ ਆ, ਇਹ ਬਾਰਡਰ ਇੱਥੋਂ ਤੱਕ ਹੀ ਹੋਣਾ ਚਾਹੀਦਾ ਵੀ ਇਹ ਹਿੱਸਾ ਉਹਨਾਂ ਦਾ ਹੈ। ਜੇ ਆਜ਼ਾਦੀ ਹੋਵੇ, ਇਹ ਸਾਡੇ ਕੋਲ ਆਉਣ, ਯਾਨੀ ਸਿੱਖ ਕੌਮ ਜਾਂ ਹਿੰਦੂ ਪਾਕਿਸਤਾਨ ਆਉਣ, ਮੁਸਲਮਾਨ ਉੱਧਰ ਜਾਣ, ਕੋਈ ਇਹਨਾਂ ਦੀਆਂ ਮੁਕੱਦਸ ਮਕਾਮਾਤ ਨੇ, ਉੱਥੇ ਜਾ ਕੇ ਕੋਈ ਦੁਆਵਾਂ ਮੰਗਣੀ ਜਾਂ ਉੱਥੇ ਸਜਦੇ ਕਰਨ ਜਾਂ ਦੀਦਾਰ ਮਨਾਉਣ, ਉਹ ਇੱਧਰ ਆ ਕੇ ਮਨਾਉਂਦੇ ਰਹਿਣ। ਆ ਸਾਡੇ ਹੁਣ ਇਹ ਆਉਂਦੇ ਨੇ ਸਿੱਖ ਜਿਹੜੇ ਨੇ ਸਰਦਾਰ ਨਨਕਾਣੇ ਆਉਂਦੇ ਨੇ ਇੱਥੇ, ਸੱਚੇ ਸੱਦੇ ਆਉਂਦੇ ਨੇ, ਬੜੀ ਖੁਸ਼ੀ ਮਹਿਸੂਸ ਕਰਦੇ ਇੱਥੋਂ ਦੀ ਆਵਾਮ। ਹਾਂ, ਆਵਾਮ ਵੀ ਖੁਸ਼ ਹੁੰਦੇ ਨੇ, ਮਿਲ ਕੇ ਖੁਸ਼ੀ ਮਹਿਸੂਸ ਹੁੰਦੀ ਹੈ, ਉਹ ਵੀ ਖੁਸ਼ ਜਾਂਦੇ ਨੇ। ਜਾਂ ਅਗਰ ਅਸੀਂ ਪਬਲਿਕ ਚਾਹੁੰਦੀ ਹੋਵੇ ਨਾ, ਫਿਰ ਤਾਂ ਬੇਸ਼ੱਕ ਵਿੱਚੋਂ ਦੀ ਦੀਵਾਰਾਂ ਬਣਾ ਦੇਣ, ਲੇਕਿਨ ਅਸੀਂ ਮੈਂ ਸਮਝਦਾ ਨਾ ਇੰਡੀਆ ਚਾਹੁੰਦੀ ਆ ਪਬਲਿਕ, ਨਾ ਮੁਸਲਮਾਨ ਜਿਹੜੇ ਨੇ ਇੱਧਰ ਪਾਕਿਸਤਾਨੀ ਪਬਲਿਕ ਇਹ ਨਹੀਂ ਚਾਹੁੰਦੇ ਵੀ ਅਸੀਂ ਇੱਕ ਦੂਸਰੇ ਦੇ ਦੁਸ਼ਮਣ ਬਣੀਏ। ਅਸੀਂ ਤਾਂ ਪਿਆਰ ਬੰਨਾ ਹੁਣ ਵੀ ਰਹਿਣਾ ਚਾਹੁੰਦੇ ਹਾਂ, ਅਤੇ ਜੇ ਇਹ ਆਜ਼ਾਦੀ ਹੋ ਜਾਏ ਤਾਂ ਮੈਂ ਨਾ ਕਿਹਾ ਬਾਤ ਹੈ, ਫਿਰ ਤਾਂ ਲੋਕ ਬੜੇ ਖੁਸ਼ ਹੋਣ। ਅੱਛਾ, ਉਹ ਕਦੀ ਆਪਣਾ ਜੋਗੋਵਾਲ ਜੱਟਾਂ ਪਿੰਡ ਵੀ ਚੇਤਾ ਆਇਆ? ਚੇਤਾ ਮੈਂ ਤੈਨੂੰ ਤੋਂ ਫਿਰ ਤੋਂ ਯਾਦ ਕਰਾ, ਭੁੱਲਦਾ ਹੀ ਨਹੀਂ ਭੁੱਲਦਾ। ਉਹ ਗਲੀ ਗਲੀ ਚੇਤੇ ਆਉਂਦੀ ਹੋਣੀ ਹੁਣ। ਇਹ ਘਰ ਜੇ ਉਸ ਤਰ੍ਹਾਂ ਨਜ਼ਰ ਆਉਂਦਾ, ਮੈਂ ਛੋਟਾ ਸਾਂ, ਮੈਨੂੰ ਪਿੰਡ ਦੇ ਵਿੱਚ ਜਿੰਨੇ ਘਰ ਸਨ, ਅੱਖਾਂ ਬੰਦ ਕਰਾਂ ਤੇ ਹਰ ਘਰ ਦਾ ਮੈਨੂੰ ਪਤਾ ਲੱਗਦਾ, ਇਹ ਇਮਾਮਦੀਨ ਦਾ ਘਰ ਆ, ਆ ਬਦਰਦੀਨ ਦਾ ਘਰ ਆ, ਖਲੀਲ ਅਹਿਮਦ ਦਾ ਘਰ ਆ, ਮਕਬੂਲ ਅਹਿਮਦ ਦਾ ਘਰ ਆ, ਉਸ ਤਰ੍ਹਾਂ ਨਜ਼ਰ ਆਉਂਦੇ। ਔਰ ਇੰਨਾ ਸ਼ੌਕ ਦਿਲ 'ਚ, ਮੈਂ ਕੋਸ਼ਿਸ਼ ਕੀਤੀ ਵੀ ਮੈਨੂੰ ਭਾਵੇਂ 2 ਦਿਨ ਦਾ ਵੀਜ਼ਾ ਮਿਲ ਜਾਏ, ਇੱਕ ਵਾਰੀ ਮੈਂ ਸਕੂਲ ਆਪਣੇ ਦੇਖ ਆਵਾਂ, ਮਿਸ਼ਨ ਹਾਈ ਸਕੂਲ, DAV ਹਾਈ ਸਕੂਲ, ਗੌਰਮੈਂਟ ਸਕੂਲ ਕੋਟ ਸੰਤੋਖ ਦਾ, ਆਪਣਾ ਪਿੰਡ ਵੇਖ ਆਵਾਂ, ਉਹ ਬਾਜ਼ਾਰ। ਹੋਰ ਇਹ ਤਾਂ ਨਹੀਂ ਵੀ ਉੱਥੇ ਸਾਡੀਆਂ ਕੋਠੀਆਂ ਸਨ ਅਤੇ ਇੱਥੇ ਨਹੀਂ, ਅਸੀਂ ਉਹ ਹੋ ਸਕਦਾ ਦਿੱਲੀ ਲਗਾਓ, ਇੱਕ ਦਿੱਲੀ ਲਗਾਓ, ਜਿੱਥੇ ਜੰਮਿਆ, ਜਿੱਥੇ ਇੰਨੇ ਸਾਲ 13-14 ਕੱਢੇ, ਨਹੀਂ ਭੁੱਲਦਾ। ਨਹੀਂ ਭੁੱਲਦਾ। ਮੈਂ ਨਾ ਵੀ ਸਾਨੂੰ ਨਹੀਂ ਪਤਾ ਲੱਗ ਸਕਦਾ, ਜਿੰਨੀ ਦੇਰ ਬੰਦੇ ਦੇ ਬੀਤੇ ਨਾ, ਬੰਦੇ ਨੂੰ ਪਤਾ ਨਹੀਂ ਲੱਗ ਸਕਦਾ। ਅਸੀਂ ਜੇ ਆਖੀਏ ਵੀ ਉਹ ਦਰਦ ਮਹਿਸੂਸ ਕਰੀਏ ਤੇ ਅਸੀਂ ਉਹ ਮਹਿਸੂਸ ਨਹੀਂ ਕਰ ਸਕਦੇ ਜਿਹੜਾ ਤੁਹਾਡੇ ਕੋਲ ਨਹੀਂ ਕਰ ਸਕਦੇ। ਔਰ ਬੜਾ ਅਜੇ ਵੀ ਹੁਣ ਬੁੱਢੇ ਹੋਏ ਆ, ਪਤਾ ਨਹੀਂ ਜ਼ਿੰਦਗੀ ਕੋਈ ਸਾਲ 2 ਸਾਲ ਹੈ ਜਾਂ ਨਹੀਂ, ਅੱਲਾ ਬਿਹਤਰ ਜਾਣਦਾ, ਲੇਕਿਨ ਅਜੇ ਵੀ ਸ਼ੌਕ ਆ ਵੀ ਇੱਕ ਵਾਰੀ ਵੇਖ ਲਵਾਂ ਨਾ ਪਿੰਡ, ਕੋਈ ਤਰੀਕਾ ਐਸਾ ਬਣ ਜਾਏ ਤੇ ਮੈਂ ਆਪਣੀ ਉਹ ਜਾ ਕੇ ਵੇਖ ਆਵਾਂ। ਬਦਲ ਬੜਾ ਕੁਛ ਗਿਆ ਹੋਣਾ, ਲੱਭ ਲੋਗੇ? ਮੈਂ ਬਿਲਕੁਲ ਅੱਖਾਂ ਬੰਦ ਕਰ ਦਿਓ, ਦੋਵੇਂ ਘੁੱਟ ਕੇ ਬੰਦ ਦਿਓ। ਜਿਸ ਵੇਲੇ ਮੈਂ ਧਾਰੀ ਵੱਲੋਂ ਤੁਰਾਂਗਾ ਨਾ, ਮੈਂ ਤੁਹਾਨੂੰ ਹਰ ਜਗ੍ਹਾ ਦੱਸਦਾ ਜਾਵਾਂਗਾ ਵੀ ਆਹ ਡੱਡੋਂ ਆ ਗਏ ਨੇ, ਸੰਗਰ ਆ ਗਿਆ, ਕੋਟ ਸੰਤੋਖਰਾ ਆ ਗਿਆ, ਆਲੋਵਾਲ ਆ ਗਿਆ, ਇਹ ਸਾਡਾ ਪਿੰਡ ਆ ਗਿਆ। ਉੱਥੋਂ ਅੱਖਾਂ ਬੰਦ ਕਰਕੇ ਮੈਂ ਐਫਜ਼ਾਰੇ ਪਾਵਾਂਗਾ, ਦੱਸਾਂਗਾ ਆਹ ਘਰ ਫਲਾਣੇ ਦਾ, ਇਹ ਘਰ ਫਲਾਣੇ ਦਾ, ਇਸ ਤਰ੍ਹਾਂ ਜ਼ਿਹਨ 'ਚ ਉਸੇ ਤਰ੍ਹਾਂ ਆਉਂਦੀ ਉਹ ਫਿਲਮ ਘੁੰਮਦੀ ਹੋਣੀ। ਹਾਂ ਬਿਲਕੁਲ, ਜਦੋਂ ਖਾਸ ਤੌਰ 'ਤੇ ਬੰਦਾ ਲੰਮੇ ਪਿਆ ਹੋਵੇ ਨਾ ਰਾਤ ਨੂੰ, ਫਿਰ ਫਿਲਮ ਸਹੀ ਘੁੰਮਦੀ ਹੈ। ਹਾਂਜੀ ਬਿਲਕੁਲ ਇਸ ਲਈ, ਹਾਂ ਉਸ ਤਰ੍ਹਾਂ ਨਜ਼ਰ ਆਉਂਦੇ ਹਰ ਚੀਜ਼। ਲੇਕਿਨ ਮੁਸ਼ਕਿਲ ਜਿਹਾ ਨਜ਼ਰ ਆਉਂਦਾ ਉੱਥੇ ਜਾ ਕੇ ਦੇਖਾਂ ਜਾਂ ਮੈਨੂੰ ਦੇਖਣ ਦੇ, ਕੋਈ ਮੁਸ਼ਕਿਲ ਜੀ ਹੈ ਗੱਲ, ਲੇਕਿਨ ਦਿਲ ਅਜੇ ਵੀ ਚਾਹੁੰਦਾ ਵੀ ਮੈਂ ਜਾ ਕੇ ਵੇਖ। ਦਿਲ ਤੇ ਕਰਦਾ ਹੀ ਹੈ ਨਾ ਫਿਰ, ਬਹੁਤ ਦਿਲ ਕਰਦਾ, ਬਹੁਤ। ਤੇ ਇਹ ਅੱਗੇ ਵੀ ਆਪਾਂ ਕਰਦੇ ਰਹਿੰਦੇ ਆ, ਜਿਹੜੀ ਜਿਨ ਤੁਹਾਡੇ ਵਰਗੇ ਬਜ਼ੁਰਗਾਂ ਦੇ ਇੰਟਰਵਿਊ ਕਰੀ ਦੀ ਅਪੀਲ, ਦੋਵਾਂ ਮੁਲਕਾਂ ਦੇ ਜਿਹੜੇ ਹੈ ਨੇ ਰੈਲੇਵੈਂਟ ਅਥਾਰਟੀਜ਼, ਉਹਨਾਂ ਨੂੰ ਕਰੀ ਦੀ ਅਪੀਲ ਵੀ ਕਮ ਸੇ ਕਮ ਜਿਹੜੇ 60+ ਜਿਹੜੇ ਬਜ਼ੁਰਗ ਨੇ, ਉਹਨਾਂ ਨੂੰ ਤੇ ਖੁੱਲ੍ਹ ਹੋਣੀ ਚਾਹੀਦੀ ਆ ਵੀ ਆਪਣਾ ਜਾਣ ਬਾਰਡਰ ਤੇ ਸ਼ਨਾਖਤੀ ਕਾਰਡ, ਪਾਸਪੋਰਟ ਵਿਖਾਉਣ ਤੇ ਆਪਣਾ ਘੁੰਮ ਫਿਰ ਆਉਣ। ਇਹ ਤੇ ਕੋਈ ਇਸ ਤਰ੍ਹਾਂ ਦੀ ਮੇਰੇ ਖਿਆਲ ਅਗਰ ਤੁਸੀਂ ਹਾਲਾਤ ਸਕਦੇ ਹੋ ਉਹਨਾਂ ਦੇ ਜ਼ਿਹਨਾਂ ਨੂੰ, ਇਹ ਸਾਡੇ ਹੁਕਮਰਾਨਾਂ ਨੂੰ, ਜਾਂ ਜਿਹੜੇ ਤੁਹਾਡੀ ਆਵਾਜ਼ ਜਿਹੜੀ ਇਹਨਾਂ ਬਜ਼ੁਰਗਾਂ ਦੀ, ਇਹ ਆਵਾਜ਼ ਨਹੀਂ ਹਿਲਾਉਣਾ। ਸਾਡੀ ਕੋਸ਼ਿਸ਼ ਤੇ ਆ ਵੀ ਇਹਨਾਂ ਬਜ਼ੁਰਗਾਂ ਦੀ ਆਵਾਜ਼ ਹੀ ਉਹਨਾਂ ਕੰਨਾਂ ਤੱਕ ਪਹੁੰਚੇ। ਮੈਂ ਤੇ
ਦਸਤ ਅਰਜ਼ ਕਰਾਂਗਾ ਉਹਨਾਂ ਨੂੰ, ਹੁਕਮਰਾਨਾਂ ਨੂੰ ਵੀ, ਜਿਹੜੇ ਇੰਡੀਆ ਦੇ ਨੇ ਤੇ ਪਾਕਿਸਤਾਨ ਦੇ ਵੀ, ਬੋ ਖੁਦਾ ਵਾਸਤੇ ਤੁਸੀਂ ਇਹਨਾਂ ਨੂੰ ਕਮ ਸੇ ਕਮ ਜਿਹੜੇ 60-70 ਸਾਲ ਤੋਂ ਉੱਤੇ ਨੇ, ਇਹਨਾਂ ਨੂੰ ਆਜ਼ਾਦੀ ਇੰਨੀ ਦੇ ਦਿਓ ਵੀ ਜਾ ਕੇ ਆਪਣੀ ਉਹ ਜਗ੍ਹਾ 'ਤੇ ਵੇਖ ਆਉਣ ਜਾ ਕੇ। ਉਹ ਇੱਧਰੋਂ ਆ ਕੇ ਵੇਖ ਕੇ ਜਾਣ, ਅਸੀਂ ਉੱਧਰ ਜਾਈਏ। ਆ ਜਿਹੜੇ ਆਪਣੇ ਪਿੰਡ ਨੂੰ ਚੇਤੇ ਕਰਕੇ, ਆਪਣੇ ਪਿਛੋਕੜ ਨੂੰ ਚੇਤੇ ਕਰਕੇ ਜਿਹੜੇ ਅੱਖਾਂ 'ਚ ਹੰਝੂ ਆਉਂਦੇ, ਕਿਸੇ ਦੀ ਨਜ਼ਰੀ ਤੇ ਪੈਣਗੇ ਨਾ। ਪਤਾ ਨਹੀਂ ਜੇ ਪੱਥਰ ਦੇ ਹੋਣਗੇ ਤਾਂ ਨਾ ਪੈਣ, ਨਹੀਂ ਤੇ ਪੈਣਗੇ ਤਾਂ ਜ਼ਰੂਰ। ਪੈਣੇ ਚਾਹੀਦੇ ਨੇ, ਲੇਕਿਨ ਪਤਾ ਨਹੀਂ ਵੀ ਉਹਨਾਂ ਦੇ ਦਿਲਾਂ 'ਚ ਕੀ ਹੈ ਜਾਂ ਕੀ ਚਾਹੁੰਦੇ ਨੇ, ਉਹ ਕੀ ਬਿਹਤਰੀ ਸਮਝਦੇ ਨੇ ਵੀ ਇਹਦੇ 'ਚ ਉਹਨਾਂ ਨੂੰ ਇੱਧਰ ਨਹੀਂ ਆਉਣ ਦੇਣਾ, ਅਸੀਂ ਉੱਧਰ ਨਹੀਂ ਜਾ ਸਕਦੇ। ਕੀ ਇਹ ਮੈਂ ਮੰਨਦਾ ਨਾ ਵੀ ਜਿਹੜੇ 60+ ਹੋ ਜਾਂਦੇ ਨੇ ਲੋਕ ਯਾਰ, ਇਹ ਇੱਕ ਦੂਜੇ ਨੂੰ ਆਂਦੇ ਜੀ ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਨਾਲ ਆਂਦੇ। ਤੁਸੀਂ ਵੀ ਨੌਕਰੀ ਕੀਤੀ, ਮੈਂ ਵੀ 10-12 ਸਾਲ ਨੌਕਰੀ ਕਰ ਚੁੱਕਾ, ਤੁਸੀਂ ਵੀ 22 ਸਾਲ ਕੀਤੀ ਹੈ। ਸਿਕਿਉਰਿਟੀ ਪੁਆਇੰਟ ਆਫ ਵਿਊ ਨੂੰ ਵੇਖਦੇ ਵੀ ਸਾਡੇ ਇੱਥੇ ਕੋਈ ਇਸ ਤਰ੍ਹਾਂ ਦਾ ਕੋਈ ਚੱਕਰ ਨਾ ਹੋ ਜਾਏ। ਯਾਰ 60+ ਜਿਹੜੇ ਲੋਕ, ਉਹਨਾਂ ਨੇ ਕੀ ਇਸ ਤੁਹਾਡੇ ਸਿਕਿਉਰਿਟੀ 'ਚ ਖਲਲ ਪਾਉਣਾ ਵਾ, ਕੀ ਕਰਨਾ ਵਾ? ਕੁਛ ਨਹੀਂ ਉਹ ਕਰ ਸਕਦੇ। ਔਰ ਤੁਸੀਂ ਇੱਥੇ ਆਉਂਦੇ ਵੀ ਨੇ, ਨਨਕਾਣੇ ਆਉਂਦੇ ਨੇ, ਜਦੋਂ ਆਉਂਦਾ ਨਾ ਮੇਲਾ ਆਉਂਦੇ ਨੇ, ਫਿਰ ਉੱਥੋਂ ਇਕੱਲੇ ਤੇ ਪਿੰਡ ਆਉਂਦੇ ਨੇ। ਯਾਨੀ ਵੇਖ ਕੇ ਸਾਡੀ ਆਵਾਮ, ਸਾਡੀ ਪਬਲਿਕ ਇੰਨਾ ਖੁਸ਼ ਹੁੰਦੀ ਹੈ ਉਹਨਾਂ ਨੂੰ ਜਿਹਦਾ ਹਿਸਾਬ ਹੀ ਕੋਈ ਨਹੀਂ। ਕਦੇ ਉਹਨਾਂ ਨੂੰ ਬੁਰੀ ਨਜ਼ਰ ਨਾਲ ਨਹੀਂ ਵੇਖਦੇ, ਕਦੇ ਉਹਨਾਂ ਨੂੰ ਕਿਸੇ ਦੂਸਰੀ ਨਜ਼ਰ ਨਾਲ ਨਹੀਂ ਦੇਖਦੇ, ਪਿਆਰ ਨਾਲ ਮਿਲਦੇ, ਉਹ ਵੀ ਬੜੇ ਪਿਆਰ ਨਾਲ ਮਿਲਦੇ ਨੇ। ਇਸ ਸਿਕਿਉਰਿਟੀ ਦਾ ਮਸਲਾ ਹੀ ਕੋਈ ਨਹੀਂ। ਉਹ ਆਜ਼ਾਦੀ ਨਾਲ ਫਿਰਨ, ਬੇਸ਼ੱਕ ਇਕੱਲਾ ਬੰਦਾ ਫਿਰੇ, ਮੈਨੂੰ ਨਹੀਂ ਸ਼ੱਕ ਵੀ ਪੂਰੇ ਪਾਕਿਸਤਾਨ 'ਚ ਕੋਈ ਉਹਨਾਂ ਨੂੰ ਟੇਮ ਵੀ ਮਾਰੇ। ਇਹ ਦੱਸੋ ਵੀ ਹੁਣ ਐਂਡ ਤੇ ਅਖੀਰ ਦੀ, ਬਾਕੀ ਇੰਨੀਆਂ ਗੱਲਾਂ ਆਪਾਂ ਕੀਤੀਆਂ, ਇੰਨੀਆਂ ਸੁਜੈਸ਼ਨਾਂ ਵੀ ਦਿੱਤੀਆਂ, ਪੁਰਾਣੇ ਹਾਲਾਤ ਵੀ ਫੋਲੇ, ਉਹ ਪੁਰਾਣੀਆਂ ਗੱਲਾਂ ਯਾਦ ਕਰਕੇ, ਬਚਪਨਾ ਯਾਦ ਕਰਕੇ ਅੱਖਾਂ 'ਚੋਂ ਹੰਝੂ ਵੀ ਕੱਢੇ। ਇਹ ਦੱਸੋ ਵੀ ਹੁਣ ਇਹ ਜਿਹੜੀਆਂ ਦੂਰੀਆਂ ਨੇ, ਨਫ਼ਰਤਾਂ ਨੇ ਜਿਹੜੀਆਂ, ਇਹਨਾਂ ਨੂੰ ਮੁਕਾਉਣ ਦੇ ਵਾਸਤੇ ਆਪਾਂ ਕੋਸ਼ਿਸ਼ਾਂ ਕਰੀਦੀਆਂ ਵੀ ਇਹ ਕਿਸੇ ਨਾ ਕਿਸੇ ਦੇ ਜਿਹੜੀ ਅਥਾਰਟੀਜ਼ ਨੇ, ਜਿਹੜੀਆਂ ਰੈਲੇਵੈਂਟ ਅਥਾਰਟੀ, ਉਹਨਾਂ ਤੱਕ ਗੱਲ ਪਹੁੰਚੇ, ਇਹ ਨਫ਼ਰਤਾਂ, ਕਦੂਰਤਾਂ, ਦੂਰੀਆਂ ਮੁੱਕਣ। ਬਾਰਡਰ ਬੇਸ਼ੱਕ ਰਹਿਣ, ਆਪਣੀ ਥਾਂ 'ਤੇ ਵੱਜੇ ਰਹਿਣ, ਪਾਕਿਸਤਾਨ ਆਪਣੇ ਥਾਂ ਰਵੇ, ਇੰਡੀਆ ਆਪਣੇ ਥਾਂ ਰਵੇ, ਉਹ ਲੇਕਿਨ ਇਹਨਾਂ ਲੋਕਾਂ ਨੂੰ ਤਾਂ ਜਾਣ ਦੀ ਇਜਾਜ਼ਤ ਹੋਵੇ ਯਾਰ, ਜਿਹੜੇ ਆਪਣੇ ਜੰਮਣ ਭਾਉ ਥਾਂ ਵੇਖਣਾ ਚਾਹੁੰਦੇ ਨੇ, ਜਿਹੜੇ ਆਪਣੇ ਪਿਛਲੇ ਪਿੰਡ ਵੇਖਣਾ ਚਾਹੁੰਦੇ ਨੇ, ਜਿੱਥੇ ਉਹਨਾਂ ਆਪਣਾ ਬਚਪਨਾ ਕੱਢਿਆ, ਆਪਣੀ ਜਵਾਨੀ ਕੱਢੀ, ਜੰਮੇ ਪਲੇ ਵੱਡੇ ਹੋਏ। ਮੈਂ ਨਾ ਵੀ ਦੋਵਾਂ ਮੁਲਕਾਂ ਦੇ ਜਿਹੜੇ ਇਹ ਰੈਲੇਵੈਂਟ ਅਥਾਰਟੀਜ਼ ਨੇ, ਵਜ਼ਾਰਤ ਦਾਖਲਾ, ਵਜ਼ਾਰਤ ਖਾਰਜਾ, ਜਾਂ ਜਿਹੜੇ ਅੰਬੈਸਡਰ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਬਹਿਸੀਅਤ ਇਨਸਾਨ ਹੋਣ ਦੇ ਦੋਵਾਂ ਹਕੂਮਤਾਂ ਨੂੰ, ਦੋਵਾਂ ਦੇ ਉਹਨਾਂ ਅਥਾਰਟੀਜ਼ ਨੂੰ ਜਿਹੜੇ ਬਾਖਤਿਆਰ ਨੇ, ਮੈਂ ਅਪੀਲ ਕਰਾਂਗਾ ਕਿ ਖੁਦਾ ਵਾਸਤੇ ਜਿਹੜੇ ਕਮ ਸੇ ਕਮ 60 ਸਾਲ ਤੋਂ ਉੱਤੇ ਬੁੱਢੇ ਬੰਦੇ ਨੇ, ਉਹ ਆਪਣੀ ਜਗ੍ਹਾ ਮਰਨ ਕੀ ਜੰਮਣ ਪਾਉਣ ਦੇਖਣਾ ਚਾਹੁੰਦੇ ਨੇ, ਜਾਂ ਜਿੱਥੇ ਉਹਨਾਂ ਦੇ ਆਬਾਓ ਜਾਂ ਦਫਨ ਨੇ ਉਹ ਜਗ੍ਹਾ ਵੇਖਣੀ ਚਾਹੁੰਦੇ, ਜਾਂ ਜਿੱਥੇ ਉਹ ਪੜ੍ਹਦੇ ਖੇਡਦੇ ਰਹੇ ਨੇ, ਅਤੇ ਇਹਨਾਂ ਨੂੰ ਖੁਦਾ ਵਾਸਤੇ ਤੁਸੀਂ ਇਜਾਜ਼ਤ ਦੇ ਦਿਓ, ਉੱਧਰਲਿਆਂ ਨੂੰ ਵੀ ਅਤੇ ਇੱਧਰਲਿਆਂ ਨੂੰ, ਤਾਂ ਕਿ ਇਹ ਬਾਰਡਰ ਹਕੂਮਤਾਂ ਕਰਨ ਆਪਣੇ ਮੁਲਕ 'ਚ। ਲੇਕਿਨ ਇਹਨਾਂ ਬੁੱਢੇ ਬੰਦਿਆਂ ਦੇ, ਇਹਨਾਂ ਦੀ ਹਕੂਮਤਾਂ ਕੀ ਕਰਨੀਆਂ ਨੇ? ਇਹਨਾਂ ਨੂੰ ਤਾਂ ਇਹਨਾਂ ਦਾ ਨਾ ਕੋਈ ਖਤਰਾ, ਨਾ ਇਹਨਾਂ ਕੋਈ ਪਲਾਨਿੰਗ ਕਰਨੀ, ਨਾ ਇਹਨਾਂ ਕੋਈ ਮੁਲਕ ਦੁਸ਼ਮਣੀ ਕਰਨੀ। ਇਹਨਾਂ ਨੂੰ ਇੰਨੀ ਕੁ ਇਜਾਜ਼ਤ ਦੇ ਛੱਡਣ ਵੀ ਜਾਓ ਆਪਣੇ ਜਾ ਕੇ ਤੁਸੀਂ ਵੇਖ ਲਓ, ਭਾਵੇਂ 10 ਦਿਨ ਵਾਸਤੇ ਜਾਣ ਦੇਣ, 5 ਦਿਨ ਵਾਸਤੇ ਜਾਣ ਦੇਣ, ਅਤੇ ਇਹਨਾਂ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਵੀ ਜਾਓ। ਅਵਲ ਤੇ ਪਾਸਪੋਰਟ ਦੀ ਵੀ ਜ਼ਰੂਰਤ ਨਹੀਂ, ਪਰਮਿਟ ਇੱਕ ਲੈ ਲੈਣ ਅਤੇ ਚੱਲ ਵੇਖ ਆਇਆ ਕਰਨ ਜਾ ਕੇ। ਇਹ ਇਹਨਾਂ ਦੀ ਮਿਹਰਬਾਨੀ ਇਸ ਹਕੂਮਤਾਂ ਦੋਵਾਂ ਦੀ ਹੋਵੇਗੀ ਅਗਰ ਇਹ 'ਤੇ ਅਮਲ ਦਰਾਮਦ। ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਦੱਸਿਆ ਵੀ ਅਮਰੀਕਾ ਕੈਨੇਡਾ ਐਵੇਂ ਆ, ਤੁਸੀਂ ਆਪਣਾ ਸ਼ਨਾਖਤੀ ਕਾਰਡ ਦਿਓ, ਉਸ ਤਰ੍ਹਾਂ ਹੀ ਜਾਂਦੇ, ਲੰਘ ਜਾਓ ਉੱਥੋਂ, ਭਾਵੇਂ 10 ਦਿਨ ਰਹੋ, ਭਾਵੇਂ ਮਹੀਨਾ ਰਹੋ, ਤੇ ਫਿਰ ਕੇ ਫਿਰ ਵਾਪਸ। ਅਮਰੀਕਾ ਕੈਨੇਡਾ ਦਾ ਇਹੋ ਸਿਸਟਮ ਹੈ। ਹੁਣ ਕੋਰੀਆ ਦਾ ਵੀ, ਜਨੂਬੀ ਕੋਰੀਆ, ਸ਼ਮਾਲੀ ਕੋਰੀਆ, ਉਹਨਾਂ ਦਾ ਵੀ ਆਪਸ 'ਚ ਹੋ ਗਿਆ, ਤੇ ਸਾਡਾ ਕਿਉਂ ਨਹੀਂ ਹੋ ਸਕਦਾ? ਇਹ ਵੀ ਹੋ ਸਕਦਾ ਜੇ ਸਾਡੇ ਅਕਲ ਦੇ ਰੱਬ ਦੇ ਸਾਡੇ ਦਿਮਾਗ ਸਹੀ ਕਰਦੇ, ਅਤੇ ਇਹ ਵੀ ਹੋ ਸਕਦੇ ਨੇ। ਅਸੀਂ ਸਾਡੇ ਆਬਾਓ ਅਜਦਾਦ ਵੱਡੇ ਬੁੱਢੜੇ ਸਾਰੇ ਇਕੱਠੇ ਹੀ ਰਹੇ ਨੇ, ਹੁਣ ਅਸੀਂ ਦੁਸ਼ਮਣ ਕਿਉਂ ਬਣ ਗਏ ਇੱਕ ਦੂਸਰੇ ਦੇ? ਸਾਨੂੰ ਚਾਹੀਦਾ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਨਾਲ ਰਹੀਏ। ਆਪਣਾ ਤੁਸੀਂ ਕਰੋ ਮੁਲਕਾਂ ਦੇ ਵਿੱਚ ਜੋ ਕਰਨਾ, ਤੁਸੀਂ ਆਪਣੀ ਬਿਹਤਰੀ ਵਾਸਤੇ, ਆਪਣੇ ਆਵਾਮ ਦੀ ਬਿਹਤਰੀ ਵਾਸਤੇ ਉਹ ਕਰੋ। ਲੇਕਿਨ ਇਹਨਾਂ ਨੂੰ ਜਿਹੜੇ ਬੁੱਢੇ ਹੋ ਜਾਂਦੇ ਨੇ, ਇਹਨਾਂ ਨੂੰ ਤਾਂ ਤੁਸੀਂ ਮਿਹਰਬਾਨੀ ਕਰੋ ਤੇ ਇਜਾਜ਼ਤ ਦੇ ਦਿਓ ਵੀ ਜਾਓ 60 ਸਾਲਾਂ ਤੋਂ ਉਮਰ ਪਰਮਿਟ ਲਓ, ਆਪਣਾ ਵੇਖ ਹੋ ਕੇ ਆਓ। ਮੈਂ ਨਾ ਵੀ ਆਪਣੇ ਆਪਾਂ ਪਏ ਆ ਕਿੰਨਾ ਬਜਟ ਜਿਹੜਾ ਵਾ ਆਪਾਂ ਸਿਕਿਉਰਿਟੀ ਤੇ ਲਾਉਂਦੇ ਆ, ਹਥਿਆਰ ਖਰੀਦਣ ਤੇ ਲਾਉਂਦੇ ਆ, ਤੇ ਇਹ ਬਜਟ ਦੀ ਲੋੜ ਹੀ ਨਾ ਪਵੇ, ਆਪਾਂ ਪਿਆਰ ਖਰੀਦੀਏ। ਇਹ ਤੇ ਹੁਣ ਫਿਰ ਅੱਲਾਹ ਤਾਲਾ ਅੱਲਾਹ ਦਿਲਾਂ 'ਚ ਮਿਹਰਬਾਨੀ ਪਾ ਦੇ,
ਨਫ਼ਰਤਾਂ ਦੂਰ ਹੋ ਜਾਣ ਤੇ ਅਸੀਂ ਇਹ ਬਜਟ ਦੇ ਪੈਸੇ ਜਿਹੜੇ ਇਹਨੇ ਅਸਲੇ ਤੇ ਆਪਣੀ ਮੌਤਾਂ ਖਰੀਦਣ ਵਾਸਤੇ, ਮੌਤ ਲੈਣ ਵਾਸਤੇ ਇੰਨਾ ਅਸਲਾ ਖਰਚ ਕਰਨੇ, ਇਹ ਆਵਾਮ ਦੀ ਬਿਹਤਰੀ ਤੇ ਕਰ ਦੇਣ, ਬੱਚਿਆਂ ਤੇ ਕਰਨ, ਜਿਹੜੇ ਤਾਲੀਮ ਹਾਸਲ ਕਰਨ, ਕੋ ਮੁਲਕ ਦਾ ਸਵਾਰਨ, ਇੱਕ ਦੂਸਰੇ ਦੀ ਖਿਦਮਤ ਕਰਨ ਦੀ ਜਾਚ ਆ ਜਾਏ ਇਹਨਾਂ ਨੂੰ, ਇਨਸਾਨੀਅਤ ਦੀ ਪਿਆਰ ਮੁਹੱਬਤ ਵਧੇ। ਇਹ ਕਰਨੀ ਚਾਹੀਦੀ ਹੈ, ਦੋ ਹੁਕੂਮਤਾਂ ਨੂੰ ਕੋਸ਼ਿਸ਼ ਕਰਨੀ। ਬਹੁਤ ਸ਼ੁਕਰੀਆ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਬਾ ਜੀ ਨਾਲ। ਤੇ ਇਸੇ ਉਮੀਦ ਨਾਲ ਇਹਨਾਂ ਵੀਡੀਓਜ਼ ਦੀ ਰਾਹੀਂ ਆਪਾਂ ਹੋਪਫੁਲੀ ਜਿਹੜੀਆਂ ਰੈਲੀਵੈਂਟ ਅਥਾਰਟੀਜ਼ ਨੇ ਉਹਨਾਂ ਤੱਕ ਇਹ ਗੱਲ ਜ਼ੋਰੋ ਸ਼ੋਰ ਨਾਲ ਪਹੁੰਚਾਉਂਦੇ ਰਹਾਂਗੇ। ਹੋਪਫੁਲੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਫ਼ਰਤਾਂ, ਦੂਰੀਆਂ, ਕਦੂਰਤਾਂ ਮੁੱਕਣਗੀਆਂ, ਪਿਆਰ ਮੁਹੱਬਤ ਦਾ ਸਿਲਸਿਲਾ ਜਿਹੜਾ ਵਾ ਅੱਗੇ ਤੋਂ ਅੱਗੇ ਵੱਧਦਾ ਰਹੇਗਾ। ਇਸ ਤਰ੍ਹਾਂ ਦੇ ਲੋਕ ਜਿਹੜੇ ਹੀਰੇ ਵਰਗੇ, ਸੋਨੇ ਵਰਗੇ ਲੋਕ ਨੇ, ਜਿਹੜਾ ਇੰਨਾ ਦਰਦ ਛੁਪਾ ਕੇ ਬੈਠੇ ਨੇ ਆਪਣੇ ਸੀਨਿਆਂ ਦੇ ਵਿੱਚ, ਜਿਨ੍ਹਾਂ ਨੇ ਆਪਣਾ ਹੱਸਦੇ ਵਸਦੇ ਘਰ ਛੱਡੇ, ਅਤੇ ਉਹ ਵੇਲਾ ਜਿਹੜਾ ਇਹਨਾਂ ਨੂੰ ਦੱਸਦੇ ਜਿਵੇਂ ਅੱਜ ਵੀ ਨਹੀਂ ਭੁੱਲਦਾ। ਉਹ ਟਾਈਮ ਵੇਖਿਆ, ਮਾੜੇ ਤੋਂ ਮਾੜਾ ਟਾਈਮ ਵੇਖਿਆ, ਇੰਨੀ ਕਤਲੋ ਗਾਰਤ ਵੇਖੀ, ਆਪਣੇ ਲੋਕਾਂ ਦੀਆਂ ਜਾਨਾਂ ਕੁਰਬਾਨ ਕੀਤੀਆਂ, ਮੁਲਕ ਪਾਕਿਸਤਾਨ ਲਿਆ, ਇਸਲਾਮ ਦੀ ਬੁਨਿਆਦ 'ਤੇ ਇੱਕ ਵੱਖਰਾ ਮੁਲਕ ਲਿਆ। ਅਤੇ ਅਸੀਂ ਉਸ ਗੱਲ 'ਤੇ ਕਾਇਮ ਹੋਈਏ, ਇੱਕ ਅੱਛੇ ਮੁਸਲਮਾਨ ਹੀ ਬਣ ਜਾਈਏ, ਇੱਕ ਅੱਛੇ ਹਮਸਾਏ ਹੀ ਬਣ ਜਾਈਏ। ਇਸਲਾਮ ਦੇ ਵਿੱਚ ਤਾਂ ਆਂਦੇ ਹਮਸਾਏ ਦੇ ਬੜੇ ਹਕੂਕ ਹੁੰਦੇ, ਅਤੇ ਹਮਸਾਏ ਵੀ ਉਹ ਨੇ ਸਾਡੇ, ਅਤੇ ਅਸੀਂ ਉਹਨਾਂ ਦੇ ਹਮਸਾਏ, ਕਿਉਂ ਨਾ ਇੱਕ ਦੂਜੇ ਨਾਲ ਅੱਛੇ ਹਮਸਾਇਆਂ ਦੀ ਤਰ੍ਹਾਂ ਵਸੀਏ। ਅਤੇ ਇਹ ਪ੍ਰੋਗਰਾਮ, ਇਹ ਵੀਡੀਓਜ਼ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ, ਰੱਬ ਰੱਖਾ।